हर सवाली कोई ना कोई ऐसा दर खोजदा है जिथों उसका सवाल हल हो सके, जिथों उसनूं उस वस्तु की, उस दात की प्राप्ति हो सके जिस दी उस सवाली दे अंदर भुख है, इच्छा है, तृष्णा है। भुख का होना एक गल है, पर भुख नूं पूरिया करन वास्ते, तृष्णा तो मुक्त हो तृप्त होने वास्ते दर खोजण वेले बड़ी सियाणप की भी जरूरत है। भिखारी दे पासों ही भीख मंगण चला जाए, मिलना की है, चाहे राज लेना मंगे भिखारी पासों, मसला हल होने वाला नहीं। भाई साहब भाई गुरदास जी ने भी लिखा है, गुंगा पै पढ़न जाए जोतक वैदक विद्या, बहरा पै राग नाद अनथा अपूल को। सवाली तो इस गल दा सी कि वैदगी सिखनी है, ज्योतिष दियां गहराइयां नूं जानना है, तारे सियारे किस स्पीड ते किवें चलदे ने, की उन्हां दा प्रभाव धरती ते पैंदा है, ये जानना है। जां शरीर दियां बारीकियां नूं जानन दा यतन करना है, किहड़ी बीमारी किंज लगदी है, की उसका इलाज है, वैदगी सिखनी है। विद्या दोनों कठन, ज्योतिष भी वैदिक भी। ते सिखण वास्ते चला गया गूंगे दे पास जो बोल ही न सके, जन्म तो ही गूंगा। गूंगा पै पढ़न जाए जोतक वैदिक विद्या, बाहरा पै राग नाद अनथा अपूल को। राग नाद दा, संगीत दा स्वाद जानना चाहुंदा है, बोले दे पास जाके। बोले नूं सुनाई ही कुछ नहीं देंदा, जन्म तो बजर बहर है। ਉਹ संगीत ਦੀਆਂ ਬਾਰੀਕੀਆਂ ਦਾ ਕੀ ਆਨੰਦ ਮਾਣ ਸਕਦਾ ਹੈ, ਕੀ ਜਾਣ ਸਕਦਾ ਹੈ ਤੇ ਕੀ ਬਿਆਨ ਕਰ ਸਕਦਾ ਹੈ। ਦਰ ਵੀ ਠੀਕ ਹੋਣਾ ਚਾਹੀਦਾ ਹੈ, ਜਿੱਥੋਂ ਆਦਮੀ ਮੰਗਣ ਲਈ ਗਿਆ ਹੈ, ਜਿੱਥੋਂ ਆਪਣਾ ਸਵਾਲ, ਆਪਣਾ ਮਸਲਾ ਹੱਲ ਕਰਨ ਵਾਸਤੇ ਗਿਆ ਹੈ। ਇੱਥੇ ਹੀ ਬਸ ਨਹੀਂ, ਇਹ ਪਹਿਲੀ ਸਟੇਜ ਹੈ ਕਿ ਸਵਾਲੀ ਨੂੰ ਘੱਟ ਤੋਂ ਘੱਟ ਇੰਨਾ ਗਿਆਨ ਹੋਵੇ ਕਿ ਉਸ ਦਰ ਅੰਦਰ ਉਹ ਸਮਰੱਥਾ ਹੈ ਜੋ ਮੇਰਾ ਸਵਾਲ ਹੈ, ਮੇਰਾ ਮਸਲਾ ਹੈ, ਉਸ ਨੂੰ ਹੱਲ ਕਰ ਸਕੇ। ਇਸ ਤੋਂ ਅਗਾਂਹ ਵੀ ਕੁਝ ਗੱਲਾਂ ਬੜੀਆਂ ਜ਼ਰੂਰੀ ਨੇ, ਲਾਜ਼ਮੀ ਨੇ। ਦਰ ਠੀਕ ਤੇ ਪਹੁੰਚ ਗਿਆ ਹੈ ਜਿੱਥੇ ਸਮਰੱਥਾ ਹੈ, ਪਰ ਉਹ ਸ਼ਕਤੀ ਦਾ ਮਾਲਕ ਨਿਰਦਈ ਹੈ। ਤਾਕਤ ਉਸ ਪਾਸ ਹੈ ਪਰ ਦਇਆ ਨਹੀਂ। ਤਾਂ ਜ਼ਰੂਰੀ ਨਹੀਂ ਕਿ ਉਸ ਟਿਕਾਣੇ ਤੇ ਪਹੁੰਚ ਕੇ ਵੀ ਮਸਲਾ ਹੱਲ ਹੋ ਜਾਏ। ਉਹ ਤੁਹਾਡਾ ਦੁੱਖ ਦਰਦ ਸੁਣ ਕੇ ਦਰਵੇਗਾ ਹੀ ਨਹੀਂ, ਤਰਸ ਹੀ ਨਹੀਂ ਆਏਗਾ। ਉਹ ਦੁੱਖ ਦਰਦ ਮਿਟਾਏਗਾ ਕਿਉਂ? ਉਹ ਹੋ ਸਕਦਾ ਹੈ ਐਸਾ ਇੰਤਜ਼ਾਮ ਕਰਕੇ ਬੈਠਾ ਹੋਵੇ ਕਿ ਆਉਣ ਵਾਲੇ ਸਵਾਲੀ ਨੂੰ ਦਰਵਾਜ਼ਿਓਂ ਅੰਦਰ ਹੀ ਪ੍ਰਵੇਸ਼ ਨਹੀਂ ਕਰਨ ਦੇਣਾ। ਐਸਾ ਹੁਕਮ ਕਰ ਰੱਖਿਆ ਹੋਵੇ, ਦਰਵਾਜ਼ੇ ਬੰਦ ਕਰ ਰੱਖੇ ਹੋਣ, ਤਾਂ ਵੀ ਮਸਲਾ ਹੱਲ ਹੋਣ ਵਾਲਾ ਨਹੀਂ। ਸਵਾਲੀ ਨੂੰ ਖਾਲੀ ਮੁੜਨਾ ਪਵੇਗਾ।
ਬੜੇ ਵੱਡੇ ਵੱਡੇ ਧਨਵਾਨ ਵੀ ਕੰਗਾਲ 2 ਪ੍ਰਸ਼ਾਦੇ ਭੁੱਖਾ ਮੰਗਣ ਲਈ ਆ ਜਾਏ ਤਾਂ ਦਰਵਾਜ਼ਿਓਂ ਮੋੜ ਸਕਦੇ ਨੇ ਔਰ ਮੋੜ ਦਿੰਦੇ ਨੇ। ਅਜੀਬ ਇਹ ਦੁਨੀਆ ਹੈ, ਜਿੱਥੇ ਜ਼ਰੂਰਤ ਹੈ, ਲੋੜ ਹੈ, ਜਿੱਥੇ ਲਾਇਆ ਹੋਇਆ ਧਨ ਕਿਸੇ ਅਰਥ ਨੂੰ ਪ੍ਰਗਟ ਕਰੇਗਾ, ਕੰਮ ਆਵੇਗਾ, ਉੱਥੇ ਲਾਉਣਾ ਨਹੀਂ। ਲਾਉਣਾ ਉੱਥੇ ਹੈ ਕਿ ਦੁਨੀਆ ਬਰਸਾਂ ਤੱਕ, ਸਾਲਾਂ ਤੱਕ ਜਾਣ ਸਕੇ ਮੇਰਾ ਨਾਮ ਲਿਖਿਆ ਹੋਇਆ ਹੈ। ਸਰੀਰ ਤਾਂ ਮੇਰਾ ਮਿਟ ਜਾਏਗਾ, ਪਰ ਮੇਰਾ ਨਾਮ ਬਣਿਆ ਰਹੇ। ਇਸ ਆਪਣਾ ਨਾਮ ਬਣਾਉਣ ਵਾਲੇ ਨੂੰ ਇੰਨਾ ਵੀ ਗਿਆਨ ਨਹੀਂ, ਧਿਆਨ ਨਹੀਂ ਕਿ ਇਹ ਦਾਤ ਮੈਂ ਨਾਲ ਲੈ ਕੇ ਨਹੀਂ ਆਇਆ, ਨਾ ਲੈ ਕੇ ਜਾ ਹੀ ਸਕਾਂਗਾ, ਕੂੜਾ ਦਾਵਾ ਹੈ। ਤਾਂ ਕਈ ਵਾਰੀ ਐਸਾ ਦੇਖਣ ਵਿੱਚ ਆਉਂਦਾ ਹੈ, ਧਨਵਾਨ ਦਰਵਾਜ਼ਾ ਬੰਦ ਕਰ ਲੈਂਦਾ ਹੈ ਜਾਂ ਕੰਡ ਕਰਕੇ ਬੈਠ ਜਾਂਦਾ ਹੈ। ਕਬੀਰ ਜੀ ਨੇ ਆਖਿਆ ਹੈ, ਸੀ ਤਾਂ ਧਨਵਾਨ, ਗਰੀਬੜਾ ਉਸ ਦੇ ਘਰ ਪੁੱਜਾ, ਇਹਨੇ ਕੰਡ ਕਰ ਲਈ ਹੈ, ਮੱਥੇ ਹੀ ਨਹੀਂ ਲੱਗਣਾ ਚਾਹੁੰਦਾ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਇਹ ਦੁਨੀਆ ਦੀ ਰੀਤੀ ਹੈ। ਆਮ ਦੇਖਣ ਨੂੰ ਇਹ ਦ੍ਰਿਸ਼ ਮਿਲੇਗਾ ਤਾਂ ਸਵਾਲ ਫਿਰ ਵੀ ਹੱਲ ਨਹੀਂ ਹੁੰਦਾ। ਇੱਕ ਹੋਰ ਰੁਕਾਵਟ ਵੀ ਵਿਸ਼ੇਸ਼ ਤੌਰ ਤੇ ਪੈ ਸਕਦੀ ਹੈ ਕਿ ਉਸ ਵੱਡੇ ਦਰ ਵੱਲ ਤੁਸੀਂ ਜਾਣ ਦਾ ਖਿਆਲ ਕਰਦੇ ਹੋ, ਉਹ ਦਿਆਲੂ ਵੀ ਹੈ, ਦਰਵਾਜ਼ੇ ਵੀ ਉਸਨੇ ਖੁੱਲ੍ਹੇ ਰੱਖ ਛੱਡੇ ਨੇ, ਲੇਕਿਨ ਕੋਈ ਹੋਰ ਰੁਕਾਵਟ ਪਾਉਣ ਵਾਲਾ ਰਾਹ ਵਿੱਚ ਖੜਾ ਹੈ ਜੋ ਜਾਣ ਨਾ ਦੇਵੇ, ਤਾਂ ਵੀ ਮੁਸ਼ਕਿਲ ਹੈ। ਤੁਸੀਂ ਸੰਸਾਰ ਦੇ ਅੰਦਰ ਨਿਰਦਈ ਲੋਕ, ਸਮਗਲਰ, ਕਰਪਸ਼ਨ ਵਾਲੇ ਜਾਂ ਬਲੈਕ ਮਾਰਕੀਟ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਦੇਖੋ। ਬਦਮਾਸ਼ ਲੋਕਾਂ ਦੇ ਦਰ ਵਿੱਚ ਵੜਨਾ ਤੇ ਉਹਨਾਂ ਦੇ ਮੁਖੀ ਨਾਲ ਮੁਲਾਕਾਤ ਬਣਾਉਣੀ ਤੇ ਨੇੜਤਾ ਪਾਉਣੀ, ਕਈ ਰੁਕਾਵਟਾਂ ਉਸਨੇ ਰਸਤੇ ਵਿੱਚ ਖੜੀਆਂ ਕਰ ਰੱਖੀਆਂ ਨੇ। ਦਰਅਸਲ ਉਸਨੂੰ ਆਪਣਾ ਖਤਰਾ ਹੈ। ਮੈਂ ਉਸ ਨੂੰ ਆਪਣੇ ਨੇੜੇ ਪਹੁੰਚਣ ਦੇਣਾ ਹੈ ਜਿਸ ਨੂੰ ਕਈ ਪ੍ਰੀਖਿਆਵਾਂ ਵਿੱਚੋਂ ਪਹਿਲੇ ਲੰਘਾ ਲਵਾਂ। ਮੇਰਾ ਵਫਾਦਾਰ ਹੈ ਜਾਂ ਕਿਧਰੇ ਅੰਦਰੋਂ ਮੇਰਾ ਦੁਸ਼ਮਣ ਤਾਂ ਨਹੀਂ। ਉਹ ਕਿਸੇ ਉੱਪਰ ਵਿਸ਼ਵਾਸ ਨਹੀਂ ਕਰਦਾ, ਲੱਖ ਰੁਕਾਵਟਾਂ ਖੜੀਆਂ ਕਰੇਗਾ। ਔਰ ਇੱਥੇ ਹੀ ਬਸ ਨਹੀਂ, ਜੇ ਉਸ ਦੀ ਨੇੜਤਾ ਪਾ ਲਓਗੇ ਤੇ ਬੁਰੀ ਸੰਗਤ ਵਿੱਚੋਂ ਨਿਕਲਣਾ ਹੋਰ ਮੁਸ਼ਕਲ। ਤੁਸੀਂ ਕਿਸੇ ਵੇਲੇ ਉਸ ਦੇ ਦਰ ਤੋਂ ਬਾਹਰ ਨਿਕਲਣਾ ਚਾਹੋ ਤਾਂ ਐਸੇ ਲੋਕ ਕਤਲ ਕਰਵਾ ਦਿੰਦੇ ਨੇ ਕਿ ਇਹ ਕੱਲ੍ਹ ਨੂੰ ਮੇਰੇ ਰਾਜ਼ ਖੋਲ੍ਹੇਗਾ। ਆਪਣੀਆਂ ਕਮਜ਼ੋਰੀਆਂ, ਆਪਣੇ ਗੁਨਾਹ ਐਬ ਛਿਪੇ ਰਹਿਣ, ਮੇਰਾ ਰਾਜ਼ ਕਿਸੇ ਪਾਸ ਪ੍ਰਗਟ ਨਾ ਹੋ ਜਾਏ। ਇਸ ਗੱਲ ਨੂੰ ਮੁੱਖ ਰੱਖਦਿਆਂ ਪਹਿਲੇ ਦਰਵਾਜ਼ਿਓਂ ਅੰਦਰ ਆਉਣ ਤੋਂ ਵੀ ਰੋਕਦਾ ਹੈ, ਨੇੜੇ ਨਾ ਕੋਈ ਆ ਸਕੇ, ਦੂਰੀ ਰੱਖਦਾ। ਤੇ ਫਿਰ ਉਸ ਦਰਵਾਜ਼ਿਓਂ ਕੋਈ ਬਾਹਰ ਜਾਣਾ ਚਾਹੇ ਤਾਂ ਵੀ ਰੁਕਾਵਟ ਖੜੀ ਕਰਦਾ। ਪਰ ਇਸ ਦੇ ਪਿੱਛੇ ਅਸਲੀ ਕਾਰਨ ਉਸ ਦੀ ਆਪਣੀ ਕਮਜ਼ੋਰੀ ਹੈ। ਕਬੀਰ ਜੀ ਨੇ ਉਸ ਦਰ ਦਾ ਜ਼ਿਕਰ ਕੀਤਾ ਹੈ ਜਿੱਥੇ ਜਾਓਗੇ ਤਾਂ ਵੀ ਰੁਕਾਵਟ ਨਹੀਂ, ਜਿੱਥੋਂ ਆ ਵੀ ਜਾਓ ਤਾਂ ਉਸ ਨੂੰ ਪਰਵਾਹ ਨਹੀਂ। ਉਸ ਅੰਦਰ ਕਮਜ਼ੋਰੀ ਕੋਈ ਨਹੀਂ, ਛੁਪਾਏਗਾ ਕਿਉਂ? ਖੁੱਲੀ ਕਿਤਾਬ ਹੈ ਉਹ ਮਾਲਕ। ਕਬੀਰ ਜੀ ਕਹਿੰਦੇ ਨੇ, ਮੈਂ
ਇੱਕ ਸਲਾਹ ਦਿੰਦਾ ਹਾਂ, ਉਪਦੇਸ਼ ਦੇਣਾ, ਤੇ ਆਪਣੇ ਆਪ ਤੇ ਵੀ ਉਸ ਨੂੰ ਲਾਗੂ ਕਰਨਾ। ਜਿਹੜੇ ਦਰ ਤੇ ਜਾਈਏ ਤਾਂ ਦਰਵਾਜ਼ੇ ਖੁੱਲ੍ਹੇ। ਜਿੰਨਾ ਆਦਮੀ ਵਹਿਮੀ ਹੋਵੇਗਾ, ਆਮ ਮਨੁੱਖਾਂ ਦੀ ਦੁਨੀਆ ਵਿੱਚ ਵੀ ਹਰ ਵੇਲੇ ਦਰਵਾਜ਼ਾ ਲੌਕ। ਉਸ ਦੇ ਘਰ ਵਿੱਚ ਆਮ ਆਵਾਜਾਈ ਨਹੀਂ ਹੋਵੇਗੀ। ਜਿੰਨਾ ਆਦਮੀ ਸੰਕੋਚਿਆ ਪਿਆ ਹੈ, ਆਪਣੇ ਅੰਦਰ ਸੁੰਗੜਿਆ ਪਿਆ ਹੈ, ਵਹਿਮੀ ਹੈ ਜਾਂ ਹੋਰ ਕਮਜ਼ੋਰੀਆਂ ਵਿਕਾਰਾਂ ਦੀਆਂ ਉਸ ਅੰਦਰ ਹਨ, ਉਹ ਆਮ ਤੌਰ 'ਤੇ ਉਸ ਘਰ ਵਿੱਚ ਬਹੁਤੇ ਲੋਕਾਂ ਦਾ ਆਉਣ ਜਾਣ ਨਹੀਂ ਹੁੰਦਾ। ਉਹ ਕੋਸ਼ਿਸ਼ ਕਰਦਾ ਹੈ ਵਿੱਥ ਬਣੀ ਰਹੇ। ਜਿੰਨਾ ਆਦਮੀ ਦੇ ਦੁਆਰ ਦਿਲ ਦੇ ਖੁੱਲ੍ਹੇ ਨੇ, ਉਸ ਦੇ ਘਰ ਦੇ ਦੁਆਰ ਵੀ ਖੁੱਲ੍ਹੇ ਹੋਇਆ ਕਰਦੇ ਨੇ। ਕੋਈ ਚਿੰਤਾ ਨਹੀਂ, ਜੋ ਆਵੇ ਜੀ ਆਇਆ। ਨਾ ਆਪਣੇ ਅੰਦਰ ਬੇਈਮਾਨੀ ਹੈ, ਨਾ ਵਹਿਮ ਹੈ ਕਿ ਕੋਈ ਮੇਰੇ ਨਾਲ ਛਲ ਕਰਨ ਹੀ ਆ ਰਿਹਾ ਹੈ। ਪਰਮਾਤਮਾ ਦੇ ਅੰਦਰ ਤਾਂ ਬੇਈਮਾਨੀ ਦਾ ਕੋਈ ਪ੍ਰਸ਼ਨ ਹੀ ਨਹੀਂ। ਗੁਰੂ ਅੰਦਰ ਬੇਈਮਾਨੀ ਦਾ ਪ੍ਰਸ਼ਨ ਨਹੀਂ। ਇਸ ਲਈ ਗੁਰੂ ਤੇ ਪਰਮੇਸ਼ਰ ਦਾ ਦੁਆਰ ਸਦਾ ਖੁੱਲ੍ਹਾ, ਹਮੇਸ਼ਾ ਖੁੱਲ੍ਹਾ ਹੈ। ਜਦ ਚਾਹੇ ਕੋਈ ਦੁਆਰ ਖੜਕਾਏ ਔਰ ਪ੍ਰਵੇਸ਼ ਕਰ ਜਾਏ। ਖੜਕਾਉਣ ਦੀ ਵੀ ਜ਼ਰੂਰਤ ਨਹੀਂ, ਤੇ ਜਦ ਚਾਹੇ ਦਰਵਾਜ਼ਿਓਂ ਬਾਹਰ ਵੀ ਹੋ ਜਾਏ, ਉਸ ਨੂੰ ਤਾਂ ਵੀ ਕੋਈ ਫਰਕ ਨਹੀਂ। ਸੰਸਾਰ ਸਾਰਾ ਨਿਰੰਕਾਰ ਨੇ ਪੈਦਾ ਕੀਤਾ। ਹਰ ਜੀਵ ਉਸ ਮਾਲਕ ਦੇ ਵੱਲੋਂ ਕੀਤੀ ਗਈ ਪੈਦਾਇਸ਼ ਹੈ। ਹਰ ਇੱਕ ਨੂੰ ਪਾਲਦਾ ਹੈ, ਸੰਭਾਲਦਾ ਹੈ, ਪ੍ਰਤਿਪਾਲਦਾ ਹੈ, ਦਾਤਾਂ ਦਿੰਦਾ ਹੈ। ਇੱਕ ਇੱਕ ਸਾਹ ਉਸ ਦੀ ਅਮਾਨਤ ਹੈ। ਲੇਕਿਨ ਉਸ ਪ੍ਰਮਾਤਮਾ ਦੇ ਦੁਆਰ ਤੋਂ ਕੋਈ ਬਾਹਰ ਜਾਣਾ ਚਾਹੇ ਕਿ ਮੈਂ ਤਾਂ ਉਸ ਨੂੰ ਮੰਨਦਾ ਹੀ ਨਹੀਂ, ਇਹ ਬਾਹਰ ਜਾਣ ਦੀ ਗੱਲ ਹੈ। ਪਰਮਾਤਮਾ ਨੂੰ ਮੰਨੇ ਹੀ ਨਾ, ਉਸ ਦੇ ਦਰਵਾਜ਼ਿਓਂ ਬਾਹਰ ਹੋ ਜਾਏ, ਉਹ ਤਾਂ ਵੀ ਰੋਕਦਾ ਨਹੀਂ। ਉਸ ਨੂੰ ਪਤਾ ਹੈ ਬਾਹਰ ਜਾ ਕੇ ਵੀ ਕੀ ਨੁਕਸਾਨ ਕੀ ਕਰੇਗਾ ਮੇਰਾ। ਆਪਾਂ ਹੁਣੇ ਵਿਚਾਰ ਕਰ ਰਹੇ ਸਾਂ ਕਿ ਅੱਤ ਦਰਜੇ ਦੇ ਬਦਮਾਸ਼ ਲੋਕਾਂ ਨੂੰ ਖਤਰਾ ਹੁੰਦਾ ਹੈ। ਇਹ ਮੇਰਾ ਕੋਈ ਰਾਜ਼ ਨਾ ਖੋਲ ਦੇਵੇ। ਪਰਮਾਤਮਾ ਨੂੰ ਕੋਈ ਖਤਰਾ ਥੋੜ੍ਹੀ ਹੈ। ਲੱਖ ਉਸ ਤੋਂ ਤੁਸੀਂ ਮੁੱਖ ਪਵਾ ਕੇ ਦਰਵਾਜ਼ੇ ਦੇ ਅੰਦਰ ਜਾਣਾ ਹੈ, ਮੁੱਖ ਉਸ ਵੱਲ ਹੈ। ਗੱਲ ਸਾਫ਼ ਹੈ। ਬਾਹਰ ਜਾਣਾ ਹੈ, ਅੰਦਰ ਬੈਠੇ ਵੱਲ ਕੰਡ ਹੋ ਜਾਏਗੀ। ਮਾਲਕ ਵੱਲ ਲੱਖ ਕੰਡ ਕਰਕੇ ਉਸ ਦੇ ਉਲਟ ਵੀ ਪ੍ਰਚਾਰ ਕਰਦੇ ਰਹੋ, ਉਸ ਨੂੰ ਕੋਈ ਫਰਕ ਪੈਣ ਵਾਲਾ ਨਹੀਂ। ਉਸ ਨੇ ਰੋਕਿਆ ਹੀ ਨਹੀਂ ਕਿਸੇ ਨੂੰ, ਫਿਰ ਵੀ ਦਾਤਾਂ ਦੇ ਹੀ ਜਾਂਦਾ ਹੈ ਕਿ ਭੁੱਲਿਆ ਤੇ ਭੁੱਲਿਆ ਸਹੀ। ਬਾਹਰ ਨਿਕਲਦੇ ਨੂੰ ਵੀ ਕੋਈ ਰੁਕਾਵਟ ਨਹੀਂ, ਅੰਦਰ ਆਉਣ ਵਾਲੇ ਨੂੰ ਵੀ ਕੋਈ ਰੁਕਾਵਟ ਨਹੀਂ। ਲੇਕਿਨ ਇੱਕ ਗੱਲ ਯਾਦ ਰੱਖਣ ਵਾਲੀ ਹੈ, ਜੋ ਉਸ ਵੱਲ ਮੁੱਖ ਕਰਕੇ ਜਾਂਦਾ ਹੈ, ਪਰਛਾਵਾਂ ਉਸ ਦੇ ਪਿੱਛੇ ਹੁੰਦਾ ਹੈ। ਜੋ ਉਸ ਵੱਲ ਕੰਡ ਕਰਕੇ ਜਾਂਦਾ ਹੈ, ਪਰਛਾਵਾਂ ਉਸ ਦੇ ਅੱਗੇ ਹੁੰਦਾ ਹੈ। ਚਾਨਣ ਵੱਲ ਕੰਡ ਕਰਕੇ ਤੁਰੋਗੇ, ਪਿੱਠ ਕਰਕੇ ਤੁਰੋਗੇ, ਪਰਛਾਵਾਂ ਅੱਗੇ ਹੋਵੇਗਾ। ਪਰਛਾਵੇਂ ਦੀਆਂ ਵੀ ਆਪਣੀਆਂ ਖੂਬੀਆਂ ਨੇ। ਪਰਛਾਵਾਂ ਇੱਕ ਹਨੇਰਾ ਹੈ, ਰੌਸ਼ਨੀ ਵਿੱਚ ਆ ਗਈ ਰੁਕਾਵਟ ਹੈ। ਪਰਛਾਂ ਬਣਦਾ ਹੀ ਤਾਂ ਹੈ। ਔਰ ਇਸ ਦੀ ਇਹ ਵੀ ਖੂਬੀ ਹੈ ਕਿ ਲੱਖ ਪਕੜਨਾ ਚਾਹੋ, ਇਸ ਦੇ ਪਿੱਛੇ ਦੌੜੋ, ਕਦੀ ਪਕੜ ਨਾ ਸਕੋਗੇ। ਪਰਛਾਵਾਂ ਕਦੀ ਪਕੜ ਵਿੱਚ ਨਹੀਂ ਆਉਂਦਾ। ਇਸ ਦੁਨੀਆ ਨੂੰ ਸਿਆਣੇ ਪੁਰਸ਼ਾਂ ਨੇ ਪਰਛਾਈ ਵੀ ਆਖਿਆ ਹੈ। ਲੱਖ ਦੌੜੋ, ਕਿਸੇ ਦੀ ਪਕੜ ਵਿੱਚ ਕਦੀ ਨਹੀਂ ਆਈ। ਖਾਲੀ ਹੱਥ ਹੀ ਮਨੁੱਖ ਜਾਂਦਾ ਹੈ।
ਔਰ ਇਹ ਦੌੜ ਕਿਸੇ ਮੰਜ਼ਿਲ ਤੇ ਪਹੁੰਚਾਉਂਦੀ ਨਹੀਂ। ਅੱਗੇ ਅੱਗੇ ਮਾਇਆ ਦੌੜਦੀ ਹੈ, ਪਿੱਛੇ ਪਿੱਛੇ ਬੰਦਾ ਦੌੜਦਾ ਹੈ, ਜੇ ਕੰਡ ਪ੍ਰਭੂ ਵੱਲ ਹੋਵੇ। ਔਰ ਸਾਰੀ ਉਮਰ ਦੌੜਦਾ ਹੀ ਰਹਿੰਦਾ ਹੈ, ਪਰਛਾਵਾਂ ਹੋਰ ਅੱਗੇ ਦਿਸਦਾ ਹੈ, ਹੋਰ ਅੱਗੇ ਦਿਸਦਾ ਹੈ। ਤ੍ਰਿਪਤੀ ਕੋਈ ਨਹੀਂ, ਪ੍ਰਾਪਤੀ ਕੋਈ ਨਹੀਂ। ਅਸਲੀ ਪ੍ਰਾਪਤੀ ਤਾਂ ਗਿਣੀ ਜਾਏ ਜੇ ਸੰਤੁਸ਼ਟ ਹੋ ਜਾਏ, ਪਰਛਾਵਾਂ ਫਿਰ ਅੱਗੇ ਹੈ। ਕੰਡ ਹੁਣ ਪਵਾ ਲਓ, ਪਰਮਾਤਮਾ ਵੱਲ ਮੁੱਖ ਕਰ ਲਓ, ਚਾਨਣ ਵੱਲ ਮੁੱਖ ਕਰ ਲਓ। ਸਾਰਾ ਖੇਲ ਬਦਲ ਗਿਆ। ਕਦੀ ਤੁਸੀਂ ਪਰਛਾਵੇਂ ਦੇ ਪਿੱਛੇ ਦੌੜਦੇ ਸੋ, ਪਰਛਾਵਾਂ ਤੁਹਾਡੇ ਪਿੱਛੇ ਦੌੜੇਗਾ। ਇਹ ਕਮਾਲ ਦਾ ਖੇਡ ਨਹੀਂ ਤਾਂ ਹੋਰ ਕੀ ਹੈ। ਰੌਸ਼ਨੀ ਵੱਲ, ਚਾਨਣ ਵੱਲ ਮੁੱਖ ਕਰਕੇ ਜਦ ਤੁਰੋਗੇ, ਪਰਛਾਵਾਂ ਪਿੱਛੇ ਆਵੇਗਾ। ਕਹੋ ਨਾਨਕ ਜੋ ਤਿਆਗ ਦਈ, ਤਾਬੋ ਚਰਨੀ ਆਏ ਪਈ। ਭਗਤ ਪ੍ਰਵਾਹ ਨਹੀਂ ਕਰਦਾ, ਲੇਕਿਨ ਦੌਲਤਾਂ ਭਗਤ ਦੀਆਂ ਗੋਲੀਆਂ ਬਣ ਕੇ ਵਰਤਦੀਆਂ ਨੇ। ਕੋਈ ਕਮੀ ਨਹੀਂ ਰਹਿ ਜਾਂਦੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਮੁੱਖ ਪਵਾ ਲੈਣ ਦਾ ਹੀ ਫਰਕ ਹੈ। ਪਰਮਾਤਮਾ ਨੂੰ ਕੋਈ ਅੰਤਰ ਨਹੀਂ। ਤੁਸੀਂ ਉਸ ਦੇ ਦੁਆਰ ਦੇ ਅੰਦਰ ਪ੍ਰਵੇਸ਼ ਕਰੋ ਤਾਂ ਵੀ ਉਹ ਦਿਆਲੂ ਹੀ ਹੈ। ਉਸ ਨੇ ਆਪਣਾ ਸੁਭਾਅ ਨਹੀਂ ਛੱਡਿਆ। ਆਏ ਨੂੰ ਦੁਰਕਾਰਿਆ ਨਹੀਂ, ਜਾਂਦੇ ਨੂੰ ਰੋਕਿਆ ਨਹੀਂ। ਆਪੇ ਕਦੀ ਪਰਤ ਆਏਗਾ। ਲੇਕਿਨ ਇਹ ਫਰਕ ਸਾਡੇ ਲਈ ਬੜਾ ਅਰਥ ਰੱਖਣ ਵਾਲਾ ਹੈ ਕਿ ਜੇ ਚਾਨਣ ਦੇ ਸਰੋਤ ਵੱਲ ਕੰਡ ਕਰ ਲਵਾਂਗੇ, ਪਰਛਾਈ ਦੇ ਪਿੱਛੇ ਸਾਰੀ ਉਮਰ ਦੌੜਦੇ ਰਹਾਂਗੇ, ਸੰਤੁਸ਼ਟੀ ਨਹੀਂ ਮਿਲੇਗੀ। ਜੇ ਉਸ ਵੱਲ ਮੁੱਖ ਕਰ ਲਵਾਂਗੇ, ਪਰਛਾਵਾਂ ਪਿੱਛੇ ਆਏਗਾ। ਇਸ ਦੇ ਪਿੱਛੇ ਜਾਣ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਏਗੀ। ਫਿਰ ਉਹ ਦਿਆਲੂ ਹੈ, ਸਮਰੱਥਾ ਵੀ ਹੈ ਉਸ ਪਾਸ, ਦਇਆ ਵੀ ਹੈ। ਸਤਿਗੁਰੂ ਜੀ ਨੇ ਬਚਨ ਲਿਖੇ ਨੇ। ਹਜ਼ੂਰ ਕਹਿੰਦੇ ਨੇ, ਮੈਂ ਤਾਂ ਭਾਈ ਉਸ ਦੀ ਸਿਫਤ ਕਰਨ ਵਾਲਾ ਉਸ ਦੇ ਦਰ ਤੇ ਗਿਆ, ਉਸ ਵੱਲ ਮੁੱਖ ਕੀਤਾ। ਕਬੀਰ ਜੀ ਦਾ ਇਹ ਸ਼ਲੋਕ ਬੜਾ ਸਬਕ ਦੇਣ ਵਾਲਾ ਹੈ। ਹਰ ਬਚਨ ਹੀ ਸਬਕ ਦੇਣ ਵਾਲਾ ਹੈ। ਕਬੀਰ ਜਿਹ ਦਰ ਆਵਤ ਜਾਤਿਓ, ਹਟਕੈ ਨਾਹੀ ਕੋਏ। ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਸਤਿਗੁਰੂ ਕਹਿੰਦੇ ਨੇ, ਹਉ ਢਾਡੀ ਹਰਿ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਮੈਂ ਹਰੀ ਦੇ ਦਰ ਤੇ ਆ ਗਿਆ। ਮੇਰੀ ਪੁਕਾਰ ਝੱਟ ਅੰਦਰ ਪਹੁੰਚ ਗਈ। ਉਸਨੇ ਦੁਆਰ ਖੁੱਲ੍ਹੇ ਹੀ ਰੱਖੇ ਨੇ, ਪਰ ਦੁਆਰ ਤੇ ਖੜੋ ਕੋਈ ਪੁਕਾਰੇ, ਉਹ ਆਪ ਲੈਣ ਲਈ ਚੱਲ ਕੇ ਆਉਂਦਾ। ਆ ਭਾਈ ਕਿਵੇਂ ਆਇਓ, ਦੱਸ ਕੀ ਤਮੰਨਾ ਈ। ਕ੍ਰਿਸ਼ਨ ਜੀ ਦੀ ਕਥਾ ਤੁਸੀਂ ਸੁਣੀ ਹੈ ਨਾ, ਕਿ ਸੁਦਾਮਾ ਗਿਆ ਦੁਆਰ ਤੇ, ਦਰਬਾਨ ਨੂੰ ਆਖਿਆ ਮੈਂ ਭਗਵਾਨ ਕ੍ਰਿਸ਼ਨ ਜੀ ਦਾ ਘਰ ਖੋਜ ਰਿਹਾ। ਹਾਲਤ ਬੜੀ ਖਸਤਾ ਸੀ ਇਸ ਦੀ। ਦੁਆਰਪਾਲ ਨੇ ਜਦੋਂ ਜਾ ਕੇ ਕ੍ਰਿਸ਼ਨ ਜੀ ਨੂੰ ਦੱਸਿਆ ਤਾਂ ਉਹ ਸੁਦਾਮੇ ਦੀ ਹਾਲਤ ਵੀ ਬਿਆਨ ਕਰਦਾ। ਉਹ ਕਹਿੰਦਾ, ਸਿਰ ਤੇ ਕੋਈ ਪੱਗ ਨਹੀਂ, ਸਰੀਰ ਤੇ ਕੋਈ ਝੱਗਾ ਨਹੀਂ, ਪੈਰਾਂ ਦੀ ਜੁੱਤੀ ਟੁੱਟੀ ਵੀ ਦਿਖਾਈ ਨਹੀਂ ਦਿੰਦੀ, ਨੰਗੇ ਪੈਰ, ਸੀਸ ਪੱਗਾ ਨਾ ਝੱਗਾ ਤਨ ਪੈ। ਕਹਿ ਜਨ ਕਿ ਬਸਾ ਕਿਹ ਗ੍ਰਾਮਾ, ਕੋਈ ਗ੍ਰਾਮੀਣ ਜਿਹਾ ਜਾਪਦਾ ਹੈ। ਧੋਤੀ ਫਟੀ ਸੀ, ਚਾਦਰ ਉਹਨੇ ਬੰਨੀ ਹੋਈ ਏ, ਉਹ ਵੀ ਪਾਟੀ, ਲਟੀ ਦੁਪੱਟੀ, ਇੱਕ ਉੱਪਰ ਚਾਦਰ ਦੁਪੱਟਾ ਜਿਹਾ ਹੈ, ਉਹ ਵੀ ਲੀਰਾ ਹੀ ਜਾਪਦਾ। ਧੋਤੀ ਫਟੀ ਸੀ, ਲਟੀ ਦੁਪੱਟੀ, ਪਾਏ ਉਹ ਪਾਨਿਓ ਕੀ ਨਹੀਂ ਸਾਮਾ।
ਪੈਰਾਂ ਵਿੱਚ ਜੁੱਤੀ ਲੈ ਕੇ ਪਾਉਣ ਦੀ ਤਾਂ ਮੈਨੂੰ ਉਹਦੀ ਸ਼ਕਤੀ ਨਹੀਂ ਜਾਪਦੀ, ਨੰਗੇ ਪੈਰੀ ਹੈ। ਤੋ ਹਾਲਤ ਉਸ ਦੀ ਖਸਤਾ ਹੈ। ਲੇਕਿਨ ਸਾਰੀ ਵਿਆਖਿਆ ਤੋਂ ਬਾਅਦ ਉਹਨੇ ਇਹ ਵੀ ਆਖਿਆ ਕਿ ਬੜਾ ਹੈਰਾਨੀ ਦਾ ਭਰਿਆ ਹੋਇਆ ਪ੍ਰਤੀਤ ਹੁੰਦਾ ਹੈ, ਮਹੱਲਾ ਨੂੰ ਦੇਖ ਕੇ ਚੌਂਕਿਓ ਪੇਖ ਬਸਦਾ ਅਬਿਰਾਮਾ ਇਸ ਹਾਲਤ ਵਿੱਚ ਹੈ। ਪਰ ਸੁਨੇਹਾ ਇਹ ਹੈ ਮੇਰੇ ਮਾਲਕ ਕਿ ਪੂਛਤ ਦੀਨ ਦਇਆਲ ਕੋ ਧਾਮ, ਬਤਾਵਤ ਆਪਣੋ ਨਾਮ ਸੁਦਾਮਾ। ਉਹਨੇ ਨਾਂ ਦੱਸਿਆ ਕਿ ਮੈਂ ਸੁਦਾਮਾ ਆਇਆ ਦੀਨ ਦਇਆਲ ਜੀ ਦੇ ਦਰਸ਼ਨ ਕਰਨੇ ਨੇ। ਤਾਂ ਕ੍ਰਿਸ਼ਨ ਜੀ ਚੱਲ ਕੇ ਦੁਆਰ ਤੇ ਪਹੁੰਚ ਗਏ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰ ਜੀ ਆਏ। ਪਹਿਲੋਂ ਦੇ ਪ੍ਰਦਖਣਾ, ਪੈਰੀ ਪੈ ਕੇ ਲੈ ਗਲ ਲਾਏ। ਪੁੱਛਨ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ। ਲੈ ਕੇ ਤੰਦੁਲ ਚੱਬਿਓਨ, ਵਿਦਾ ਕਰੇ ਅੱਗੇ ਪਹੁੰਚਾਏ। ਚਾਰ ਪਦਾਰਥ ਸकुच ਪਠਾਏ। ਰੱਬ ਦਾ, ਪੂਰਨ ਪੁਰਖਾਂ ਦਾ ਇਹ ਸੁਭਾਅ ਹੈ। ਸਤਿਗੁਰੂ ਕਹਿੰਦੇ ਨੇ, ਹਉ ਢਾਡੀ ਮੈਂ ਉਹਦੀ ਸਿਫਤ ਗਾਉਣ ਵਾਲਾ, ਗਰੀਬੜਾ ਢਾਡੀ ਉਸ ਦੇ ਦਰ ਤੇ ਪੁੱਜਾ। ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁੱਖ ਲਾਇਆ। ਗਲਵੱਕੜੀ ਵਿੱਚ ਲੈ ਲਿਆ, ਦੇਰ ਨਾ ਲੱਗੀ। ਤੇ ਮੈਨੂੰ ਦੱਸਣ ਦੀ ਜ਼ਰੂਰਤ ਨਾ ਪਈ, ਮੇਰੇ ਮਾਲਕ ਨੇ ਆਪ ਪੁੱਛਿਆ। ਹਰ ਪੁੱਛਿਆ ਢਾਡੀ ਸਦਕੈ, ਕਿਤੇ ਅਰਥ ਤੂੰ ਆਇਆ। ਦੱਸ ਭਾਈ ਤੇਰਾ ਮਨੋਰਥ ਕੀ ਹੈ, ਤੂੰ ਆਇਓ ਦੱਸ ਤੇਰਾ ਸਵਾਲ ਕੀ ਹੈ, ਤੇਰਾ ਕੰਮ ਕੀ ਹੈ। ਢਾਡੀ ਸਿਆਣਾ ਸੀ। ਨਿਤ ਦੇਵਹੁ ਦਾਨ ਦਇਆਲ, ਪ੍ਰਭ ਹਰ ਨਾਮ ਤੇ ਆਇਆ। ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਉਸਨੇ ਨਾਮ ਦੀ ਦਾਤ ਬਖਸ਼ ਦਿੱਤੀ, ਸਿਰੋਂ ਪਾਉ ਬਖਸ਼ ਦਿੱਤੇ। ਸ੍ਰੀ ਰਾਗ ਦੀ ਵਾਰ ਵਿੱਚ ਸਤਿਗੁਰੂ ਦੇ ਇਹ ਪਾਵਨ ਬਚਨ ਹਨ। ਕਬੀਰ ਜੀ ਕਹਿੰਦੇ ਨੇ, ਕਬੀਰ ਜਿਹ ਦਰ ਆਵਤ ਜਾਤੇ ਉਹ, ਹਟ ਕੈ ਨਾਹੀਂ ਕੋਏ। ਕੋਈ ਰੁਕਾਵਟ ਪਾਉਣ ਵਾਲਾ ਨਹੀਂ, ਕੋਈ ਰੁਕਾਵਟ ਹੈ ਨਹੀਂ। ਇਹ ਸੱਚੇ ਪਾਤਸ਼ਾਹ ਦਾ ਦਰ ਹੀ ਹੈ। ਆਪ ਜੀ ਨੇ ਸੁਣੀ ਹੋਵੇਗੀ ਕਥਾ, ਆਗਰੇ ਦੇ ਬਾਹਰਵਾਰ 2 ਕੈਂਪ ਲੱਗੇ ਹੋਏ ਹਨ। ਦੋਹਾਂ ਦੀਆਂ ਸੁੰਦਰ ਕਨਾਤਾਂ, ਸੁੰਦਰ ਤੰਬੂ, ਸ਼ਾਨੋ ਸ਼ੌਕਤ ਜੋ ਬਿਆਨ ਨਾ ਕੀਤੀ ਜਾ ਸਕੇ। ਕਿ ਅਚਾਨਕ ਇੱਕ ਵਿਅਕਤੀ ਸਿਰ ਤੇ ਘਾਹ ਦੀ ਪੰਡ ਚੁੱਕੀ ਹੋਈ, ਸਾਦੇ ਜਿਹੇ ਬਸਤਰ, ਤੇ ਉਸ ਦੇ ਪਾਸ ਦੌਲਤ ਕਿੰਨੀ, 1 ਟਕਾ। ਆਇਆ ਹੈ ਕਿ ਮੈਂ ਸੱਚੇ ਪਾਤਸ਼ਾਹ ਦੇ ਚਰਨ ਪਰਸਣੇ ਨੇ। ਉਹ ਘਾਹ ਦੀ ਪੰਡ ਲਿਆਇਆ ਹੈ ਸੱਚੇ ਪਾਤਸ਼ਾਹ ਦੇ ਘੋੜੇ ਵਾਸਤੇ, ਤੇ ਟਕਾ ਲਿਆਇਆ ਚਰਨਾਂ 'ਚ ਭੇਟਾ ਕਰਨ ਲਈ। ਖਾਲੀ ਹੱਥ ਨਹੀਂ ਜਾਣਾ। ਮਜ਼ਦੂਰੀ ਕਰਕੇ ਇਹ ਟਕਾ ਇਸਨੇ ਜੋੜਿਆ ਹੈ, ਮਿਹਨਤ ਦੀ ਕਮਾਈ ਹੈ। ਪਹਿਲੇ ਦਰਸ਼ਨ ਕਦੀ ਕੀਤੇ ਨਹੀਂ, ਇਸ ਲਈ ਇਸ ਨੂੰ ਕੋਈ ਪਤਾ ਨਹੀਂ। ਰਸਤੇ ਵਿੱਚ ਖੜੇ ਸਿਪਾਹੀਆਂ ਨੂੰ ਪੁੱਛ ਲਿਆ, ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਉਹਨਾਂ ਸੋਚਿਆ ਕੋਈ ਸਵਾਲੀ ਹੋਵੇਗਾ। ਜਹਾਂਗੀਰ ਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ। ਦਰਵਾਜ਼ੇ ਤੇ ਖੜੇ ਦਰਬਾਨ ਨੇ 20 ਝਿੜਕਾਂ ਮਾਰੀਆਂ, ਘਾਹ ਦੀ ਪੰਡ ਚੁੱਕੀ ਆਉਣਾ ਹੈ, ਇਉਂ ਮਿਲੀਦਾ ਹੈ। ਉਸਨੇ ਆਖਿਆ, ਜੀ ਗੁਸਤਾਖੀ ਹੋ ਗਈ। ਇਹ ਪੰਡ ਮੈਂ ਤੰਬੂ ਦੇ ਬਾਹਰ ਰੱਖ ਦਿੰਦਾ, ਪਰ ਮੈਂ ਕੋਈ ਭੇਟਾ ਲੈ ਕੇ ਆਇਆ ਹਾਂ। ਮੈਂ ਚਰਨ ਪਰਸਣੇ ਚਾਹੁੰਦਾ ਹਾਂ, ਮੇਰੀ ਮੁਲਾਕਾਤ ਤਾਂ ਸੱਚੇ ਪਾਤਸ਼ਾਹ ਨਾਲ ਕਰਵਾ ਦਿਓ। ਸਿਪਾਹੀ ਨੇ ਅੰਦਰ ਜਾ ਕੇ ਪੁੱਛਿਆ। ਖੈਰ ਕੁਦਰਤਨ ਜਹਾਂਗੀਰ ਦੇ ਮਨ ਵਿੱਚ ਦਇਆ ਆ ਗਈ ਕਿ ਚਲੋ ਲੈ ਆਓ,
ਸੁਣ ਲੈਂਦੇ ਹਾਂ, ਕੋਈ ਫਰਿਆਦੀ ਹੋਵੇਗਾ ਉਸ ਦੀ ਫਰਿਆਦ ਸੁਣ ਲੈਂਦੇ ਹਾਂ। ਇਸ ਨੂੰ ਪਹੁੰਚਾਇਆ ਗਿਆ, ਬੜੀ ਸੁਰੱਖਿਅਤਾ ਦੇ ਇੰਤਜ਼ਾਮ ਸਨ। ਜਾ ਕੇ ਟਕਾ ਜਹਾਂਗੀਰ ਦੇ ਕਦਮਾਂ ਵਿੱਚ ਚਰਨਾਂ 'ਚ ਰੱਖ ਦਿੱਤਾ, ਪੈਰਾਂ 'ਚ ਰੱਖ ਦਿੱਤਾ ਤੇ ਸਿਰ ਵੀ ਝੁਕਾ ਦਿੱਤਾ। ਡਿੱਗ ਪਿਆ ਕਦਮਾਂ ਤੇ, ਸੱਚੇ ਪਾਤਸ਼ਾਹ, ਮੋਹ ਮਾਇਆ ਦੇ ਬੰਧਨ ਕੱਟ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਲਵੋ। ਜਹਾਂਗੀਰ ਥੋੜਾ ਹੈਰਾਨ ਹੋਇਆ, ਹਿਚਕਿਆ ਬਿਚਕਿਆ ਵੀ, ਇਹ ਮੰਗਦਾ ਕੀ ਹੈ? ਮੇਰੇ ਪਾਸ ਜੋ ਆਉਂਦੇ ਨੇ ਕੋਈ ਦੌਲਤ ਦਾ ਸਵਾਲ ਪਾਉਂਦਾ ਹੈ, ਕਿਸੇ ਦਾ ਕੋਈ ਮੁਕੱਦਮਾ ਹੈ, ਕਿਸੇ ਦੀ ਕੋਈ ਹੋਰ ਸੰਸਾਰ ਕੜਚਣ ਹੋਵੇਗੀ। ਇਹ ਲੋਕ ਪਰਲੋਕ ਸਵਾਰਨਾ ਚਾਹੁੰਦਾ ਹੈ, ਮੈਨੂੰ ਆਪ ਨੂੰ ਇਸ ਦਾ ਕੁਝ ਪਤਾ ਨਹੀਂ। ਉਸਨੇ ਸੋਚਿਆ ਗਰੀਬੜਾ ਹੈ, ਇਹਨੂੰ ਮੋਹਰਾਂ ਦੀ ਥੈਲੀ ਦੇ ਕੇ ਸੰਤੁਸ਼ਟ ਕਰ ਦੇਣੇ ਆ। ਕਈ ਪ੍ਰਲੋਭਨ ਲਾਲਚ ਦਿੱਤੇ, ਪਰ ਇਹ ਤਰਲਾ ਹੀ ਮਾਰੀ ਜਾਏ, ਨਹੀਂ ਜੀ ਆਵਾਗਾਉਣ ਦੇ ਬੰਧਨ ਕੱਟ ਦਿਓ। ਆਖਰ ਜਹਾਂਗੀਰ ਦੇ ਗੱਲ ਸਮਝ ਵਿੱਚ ਆਈ। ਉਹਨੇ ਆਖਿਆ, ਭਲਿਆ ਲੋਕਾ, ਜੋ ਤੂੰ ਮੰਗਦਾ ਹੈ ਇਸ ਦਾ ਤਾਂ ਮੈਨੂੰ ਖੁਦ ਨੂੰ ਕੁਝ ਪਤਾ ਨਹੀਂ। ਮੈਂ ਸਮਝਦਾ ਹਾਂ ਇਹ ਵੀ ਇੱਕ ਜਹਾਂਗੀਰ ਦੀ ਸਿਆਣਪ ਔਰ ਈਮਾਨਦਾਰੀ ਸੀ। ਨਹੀਂ ਤੇ ਅੱਜ ਵੇਖੋ ਦੁਨੀਆ ਵਿੱਚ ਕਿੰਨੇ ਨੇ ਝੂਠੀਆਂ ਹੀ ਆਸ਼ੀਰਵਾਦਾਂ ਦੇ ਕੇ ਬਸ ਮੈਂ ਜ਼ਿੰਮੇਵਾਰੀ ਲੈ ਲਈ, ਤੂੰ ਪਾਰ ਉਤਰ ਜਾਏਗਾ, ਲਿਆ ਜੋ ਕੁਝ ਹੈ। ਉਸਨੇ ਆਖਿਆ, ਤੂੰ ਭੋਲਿਆ ਗਲਤ ਥਾਂ ਤੇ ਆ ਗਿਆ ਹੈ। ਕੋਈ ਦੁਨੀਆ ਦਾ ਪਦਾਰਥ ਜੋ ਮੇਰੇ ਰਾਜ ਭਾਗ ਵਿੱਚ ਹੈ, ਚਾਹੇ ਮੈਂ ਤੈਨੂੰ ਦੇ ਸਕਦਾ ਹਾਂ, ਤੇਰੀ ਨਿਰਧਨਤਾ ਕੱਟ ਦੇਵਾਂ। 2-4 ਪਿੰਡਾਂ ਦੀ ਜਗੀਰ ਲੈਣੀ ਚਾਹੇ ਉਹ ਵੀ ਦੇ ਦਿਆਂਗਾ, ਪਰ ਇਹ ਮੋਹ ਮਾਇਆ ਦੇ ਬੰਧਨ ਕੱਟ ਦਿਓ, ਆਵਾਗਾਉਣ ਤੋਂ ਮੁਕਤ ਕਰੋ, ਕਿ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵਾਂ, ਕਿ ਆਨੰਦ ਮਿਲ ਜਾਏ। ਇਹ ਗੱਲਾਂ ਮੇਰੇ ਵੱਸ ਦੀਆਂ ਨਹੀਂ। ਫਿਰ ਮੈਂ ਹੋਰ ਕਿੱਥੇ ਜਾਵਾਂ ਤੁਹਾਡਾ ਦਰ ਛੱਡ ਕੇ? ਇਸ ਨੂੰ ਅਜੇ ਪਤਾ ਨਹੀਂ। ਕਾਹੀ ਨੇ ਆਖਿਆ। ਜਹਾਂਗੀਰ ਨੇ ਆਖਿਆ, ਜੋ ਤੂੰ ਮੰਗਦਾ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਮਸਲਾ ਮੈਥੋਂ ਤਾਂ ਹੱਲ ਹੋਣ ਵਾਲਾ ਨਹੀਂ। ਔਰ ਸਾਹਮਣੇ ਦੇ ਕੈਂਪ ਵਿੱਚ ਚਲਿਆ ਜਾ, ਉੱਥੇ ਨੇ ਗੁਰੂ ਹਰਗੋਬਿੰਦ ਸਾਹਿਬ। ਲੋਕ ਉਹਨਾਂ ਨੂੰ ਵੀ ਸੱਚਾ ਪਾਤਸ਼ਾਹ ਕਹਿੰਦੇ ਹਨ, ਮੈਨੂੰ ਤਾਂ ਪਾਤਸ਼ਾਹ ਹੀ ਆਖਦੇ ਨੇ। ਸੁਣ ਕੇ ਕੰਬ ਗਿਆ, ਹੈ ਮੈਂ ਸੱਚੇ ਪਾਤਸ਼ਾਹ ਦੇ ਥਾਂ ਝੂਠੇ ਪਾਤਸ਼ਾਹ ਅੱਗੇ ਸਿਰ ਝੁਕਾ ਬੈਠਾ। ਥਾਂ ਥਾਂ ਨੱਕ ਰਗੜਨ ਵਾਲਿਆ ਸਾਵਧਾਨ ਹੋ, ਇਤਿਹਾਸ ਕੋਈ ਖਬਰ ਦਿੰਦਾ ਹੈ, ਤੈਨੂੰ ਦਰ ਦਾ ਪਤਾ ਹੋਵੇ। ਅਮਾਨਤ ਸੱਚੇ ਪਾਤਸ਼ਾਹ ਦੀ ਮੈਂ ਦੁਨਿਆਵੀ ਪਾਤਸ਼ਾਹ ਅੱਗੇ ਟਕਾ ਭੇਟ ਕਰ ਦਿੱਤਾ। ਸਵਾਲ ਟਕੇ ਦਾ ਨਹੀਂ, ਸਵਾਲ ਸ਼ਰਧਾ ਦਾ ਸੀ। ਟਕਾ ਚੁੱਕ ਲਿਆ। ਬਾਹਰੋਂ ਆ ਘਾਹ ਦੀ ਪੰਡ ਵੀ ਚੁੱਕੀ। ਜਹਾਂਗੀਰ ਤੇ ਉਸ ਵੇਲੇ ਕਈ ਰੰਗ ਆਏ ਤੇ ਗਏ। ਜਿਸ ਵੇਲੇ ਦੂਜੇ ਕੈਂਪ ਵਿੱਚ ਗਿਆ, ਕਿਸੇ ਰੋਕਿਆ ਹੀ ਨਾ, ਸਿੱਧੇ ਜਾ ਚਰਨ ਪਰਸੇ। ਉਹੀ ਟਕਾ, ਮਹਾਰਾਜ ਗਲਤੀ ਹੋ ਗਈ, ਅਮਾਨਤ ਗੁਰੂ ਕੀ ਹੋਰ ਥਾਂ ਰੱਖ ਬੈਠਾ। ਸਾਹਿਬਾਂ ਆਖਿਆ, ਤੂੰ ਜਾਣ ਕੇ ਕੁਝ ਨਹੀਂ ਕੀਤਾ। ਆਇਆ ਹੈ, ਦੱਸ ਕੀ ਚਾਹੀਦਾ ਹੈ? ਗੁਰੂ ਨਾਨਕ ਦਾ ਦਰ ਹੈ। ਲੋਕ ਪ੍ਰਲੋਕ ਸਵਾਰ ਦਿੱਤੇ। ਗੁਰੂ ਦਾ ਔਰ ਪਰਮੇਸ਼ਰ ਦਾ ਦਰ ਐਸਾ ਹੈ, ਕੋਈ ਆਏ, ਕੋਈ ਬੇਮੁਖ ਹੋ ਕੇ ਵੀ ਮੁੜ ਜਾਏ। ਜੇ ਕਿਸੇ ਵੇਲੇ ਕੋਈ ਆਖਣ ਨਾ, ਜੇ ਸਾਡੀ ਗੱਲ ਨਹੀਂ ਮੰਨਣੀ, ਹਕੂਮਤ ਨਾਲ ਸਮਝੌਤਾ ਨਹੀਂ ਕਰਦੇ ਤੇ ਅਸੀਂ ਸਾਥ ਛੱਡ ਕੇ ਚੱਲੇ, ਤਾਂ ਗੁਰੂ ਰੋਕਦਾ ਥੋੜ੍ਹੀ ਹੈ। ਆਖਦਾ ਫਿਰ ਤੁਸੀਂ ਇੱਕ ਇਕਰਾਰਨਾਮਾ ਇਸ ਤਰ੍ਹਾਂ ਦਾ ਲਿਖ ਦਿਓ ਕਿ ਰਿਸ਼ਤਾ ਗੁਰੂ ਸਿੱਖ ਦਾ ਟੁੱਟ ਗਿਆ, ਜਾ ਸਕਦੇ ਹੋ, ਮੈਂ ਕਿਉਂ ਰੋਕਾਂ। ਬੇਦਾਵਾ ਲਿਖ ਦਿਓ। ਨਾ ਆਉਣ ਲੱਗਿਆਂ ਨੂੰ ਰੁਕਾਵਟ ਹੈ, ਨਾ ਜਾਣ ਲੱਗਿਆਂ ਨੂੰ ਰੁਕਾਵਟ ਹੈ। ਆਪਣੀ ਦਇਆ ਸਦਾ ਕਾਇਮ ਹੈ। ਜੇ ਉਹ ਫਿਰ ਆ ਗਏ ਤੇ ਇਹ ਮੇਰਾ 20,000, ਇਹ ਮੇਰਾ 30,000। ਜੇ ਕਿਸੇ ਕਿਹਾ ਜੀ ਬੇਦਾਵਾ ਪਾੜ ਦਿਓ, ਤੇ ਆਖਣ ਲੱਗੇ ਆ ਲੈ ਪਾੜ ਦਿੱਤਾ ਹੀ। ਰੱਬ ਦਾ ਤੇ ਗੁਰੂ ਦਾ ਸੁਭਾਅ ਇਹ ਹੈ।
ਕਬੀਰ ਜੀ ਕਹਿੰਦੇ ਨੇ, ਜਿਹੜਾ ਦਰ ਐਸਾ ਹੋਵੇ ਉਹ ਭਲਾ ਕਿਉਂ ਛੱਡਿਆ ਜਾਏ, ਹੋਰ ਦਰਾਂ ਤੇ ਭਟਕਣ ਦਾ ਪ੍ਰਸ਼ਨ ਹੀ ਕਿਉਂ ਉੱਠੇ। ਕਬੀਰ ਜਿਹ ਦਰ ਆਵਤ ਜਾਤਿਓ, ਹਟ ਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਜੋ ਦਰਵਾਜ਼ਾ ਇਹੋ ਜਿਹਾ ਹੈ ਕਿ ਉਸ ਦੇ ਦਰ 'ਤੇ ਟਿਕੇ ਰਿਹਾ, ਨਾ ਉਹ ਰੋਕਦਾ, ਨਾ ਕੋਈ ਹੋਰ ਰੁਕਾਵਟ ਪਾ ਸਕਦਾ, ਕੋਈ ਵਿਕਾਰ ਰੋਕਣ ਦੇ ਸਮਰੱਥ ਨਹੀਂ। ਝੁਕੋ ਤਾਂ ਸਹੀ। ਕੋਈ ਜ਼ਿੰਦਗੀ ਦੇ ਰਸਤੇ ਦੀ ਰੁਕਾਵਟ ਨਹੀਂ ਰਹੇਗੀ। ਐਸੇ ਮਾਲਕ ਦਾ ਦਰ ਕਦੀ ਛੱਡਣਾ ਨਹੀਂ ਚਾਹੀਦਾ। ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਅਗਲੇ ਸ਼ਲੋਕ ਅੰਦਰ ਕਹਿੰਦੇ ਨੇ, ਕਬੀਰ ਡੂਬਾ ਥਾ ਪੈ ਉਬਰਿਓ, ਗੁਣ ਕੀ ਲਹਿਰ ਚਬਖ। ਸੰਸਾਰ ਦੇ ਸਮੁੰਦਰ ਵਿੱਚ ਮੈਂ ਡੁੱਬ ਚੱਲਿਆ ਸਾਂ, ਪਰ ਪਰਮਾਤਮਾ ਦੀ ਸਿਫਤ ਸਲਾਹ ਗੁਣ ਕੀ ਲਹਿਰ ਝਬਕ, ਉਸ ਲਹਿਰ ਦੇ ਧੱਕੇ ਨਾਲ, ਝਬੱਕੇ ਨਾਲ ਮੈਂ ਸੰਸਾਰ ਦੇ ਮੋਹ ਦੀਆਂ ਠਿੱਲਾਂ ਘੁੰਮਣ ਘੇਰੀਆਂ ਤੋਂ ਉੱਪਰ ਚੁੱਕ ਲਿਆ। ਇਸਨੇ ਚੁੱਕਿਆ ਗਿਆ, ਬਚ ਨਿਕਲਿਆ। ਜਬ ਦੇਖਿਓ ਬੇੜਾ ਜਰਜਰਾ, ਤਬ ਉੱਤਰ ਪਰਿਓ ਹੋਂ ਫਰਕ। ਫੜਕ ਦੇ ਕੇ, ਛਾਲ ਮਾਰ ਕੇ, ਤੁਰਤ ਹੀ ਜਦੋਂ ਮੈਂ ਦੇਖਿਆ, ਮੇਰੀਆਂ ਅੱਖਾਂ ਖੁੱਲ੍ਹੀਆਂ। ਪਹਿਲਾਂ ਮੋਹ ਮਾਇਆ ਵਿੱਚ ਮਸਤ ਸਾਂ, ਪਰ ਜਦੋਂ ਅੱਖਾਂ ਖੁੱਲ੍ਹੀਆਂ ਤੇ ਡਿੱਠਾ ਜਿਹੜੇ ਸਰੀਰਕ ਮੋਹ ਦੇ ਬੇੜੇ 'ਚ ਸਵਾਰ ਹਾਂ, ਇਹ ਤਾਂ ਜਰਜਰਾ ਹੈ, ਛੇਕੋ ਛੇਕ ਹੋਇਆ ਪਿਆ ਵਿਕਾਰਾਂ ਨਾਲ, ਪੁਰਾਣਾ ਹੋ ਗਿਆ, ਇਹ ਡੁੱਬੇਗਾ। ਮੈਂ ਛਾਲ ਮਾਰੀ, ਇਸ ਜਰਜਰੇ ਬੇੜੇ ਵਿੱਚੋਂ ਉਤਰ ਗਿਆ। ਮੋਹ ਮਾਇਆ ਸਰੀਰਕ ਅਧਿਆਸ ਛੱਡ ਦਿੱਤਾ। ਪਰ ਇਹ ਸਭ ਕੁਝ ਇਸ ਲਈ ਕੀਤਾ, ਮੈਨੂੰ ਉਸ ਦਰ ਦੀ ਸਮਝ ਪੈ ਗਈ ਸੀ, ਜਿੱਥੇ ਕੋਈ ਰੁਕਾਵਟ ਨਹੀਂ, ਬਖਸ਼ਿਸ਼ਾਂ ਹੀ ਬਖਸ਼ਿਸ਼ਾਂ। ਗੁਣ ਕੀ ਲਹਿਰ ਝਬਕ, ਮਾਲਕ ਦੀ ਸਿਫਤ ਸਲਾਹ ਦੇ ਝਬੱਕੇ ਨਾਲ ਇਹ ਗੱਲ ਬਣੀ। ਇਸ ਲਈ ਪ੍ਰਭੂ ਦੀ ਵਡਿਆਈ ਸੁਣਨ ਦਾ ਇਹ ਲਾਹਾ ਹੈ। ਹਰ ਦੀਆਂ, ਪਰਮਾਤਮਾ ਦੀਆਂ, ਪ੍ਰਭੂ ਦੀਆਂ ਕਥਾ ਕਹਾਣੀਆਂ ਦਾ ਇਹੀ ਤਾਂ ਲਾਭ ਹੈ ਕਿ ਉਸ ਦੇ ਗੁਣਾਂ ਦੀ ਚਰਚਾ ਸੁਣ ਕੇ ਸਾਨੂੰ ਯਕੀਨ ਵੱਝਦਾ ਹੈ। ਅਸੀਂ ਉਸ ਦੀ ਚਰਨ ਸਰਣ ਵੱਲ ਝੁਕਦੇ ਹਾਂ। ਬੜਾ ਜਰਜਰਾ ਬੇੜਾ ਸੀ, ਵਿਕਾਰਾਂ ਦੇ ਛੇਕ ਇੰਨੇ ਕੀਤੇ ਹੋਏ ਸਨ ਕਿ ਕੋਈ ਹਿਸਾਬ ਹੀ ਨਹੀਂ। ਲੇਕਿਨ ਕਿੰਨੇ ਵੀ ਛੇਕ ਸੁਰਾਖ ਕਿਉਂ ਨਾ ਹੋਣ, ਸੁਰਾਖਾਂ ਵਾਲੇ ਬੇੜੇ ਨੂੰ ਛੱਡ ਪਰਮ ਬੇੜੇ ਦਾ ਸਹਾਰਾ ਤੱਕਣ ਦੀ ਦੇਰ ਹੈ ਕਿ ਡੁੱਬਣ ਤੋਂ ਬਚ ਜਾਈਦਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਵਿਕਾਰ ਬੜੇ ਪ੍ਰਬਲ ਸਨ ਕਿਸੇ ਵੇਲੇ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਹਾਲਤ ਇਹ ਬਣੀ ਹੋਈ, ਕਾਮ ਨੇ ਆਪਣਾ ਜ਼ੋਰ ਪਾਇਆ ਹੋਇਆ, ਕ੍ਰੋਧ ਨੇ ਆਪਣਾ, ਮੋਹ ਨੇ ਆਪਣਾ, ਸਭ ਨੇ ਵਸ ਕਰ ਰੱਖਿਆ ਸੀ। ਕੰਜੂਸੀਆਂ ਦਾ ਭਰਿਆ ਪਿਆ ਸਾਂ, ਲਾਲਚ ਨਾਲ ਪ੍ਰੇਮ ਬਣਿਆ ਹੋਇਆ ਸੀ। ਤੇ ਜੇ ਉਸ ਬੰਦੇ ਨੇ ਚਾਰੇ ਕਿਲਵਿਖ ਉਨ ਅਗ ਕੀਏ, ਹੋਆ ਅਸੁਰ ਸੰਘਾਰ। ਕਾਤਲ ਵੀ, ਦੈਂਤਾਂ ਵਾਲੀ ਬਿਰਤੀ ਵਾਲਾ, ਚਾਰੇ ਵੱਡੇ ਪਾਪ ਕਿਲਵਿਖ ਵੀ ਕੀਤੇ। ਇਹ ਚਾਰ ਵੱਡੇ ਪਾਪਾਂ ਦੀ ਇੱਕ ਸੂਚੀ ਸਮੇਂ-ਸਮੇਂ ਵਿਦਵਾਨ ਲੋਕਾਂ ਨੇ ਸੰਸਾਰ ਨੂੰ ਦੱਸੀ, ਸੰਸਾਰ ਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ। ਉਪਨਿਸ਼ਦਾਂ ਵਿੱਚ ਇੱਕ ਛਾਂਦੋਗਿਆ ਉਪਨਿਸ਼ਦ ਹੈ, ਉਸ ਵਿੱਚ ਮਨੂ ਸਿਮਰਤੀ ਵਿੱਚ ਤੇ ਲਿਖਤ ਸਿਮਰਤੀ ਵਿੱਚ ਚਾਰ ਵੱਡੇ ਬੱਜਰ ਪਾਪ ਹਨ। ਬ੍ਰਹਮ ਹੱਤਿਆ, ਬ੍ਰਾਹਮਣ ਨੂੰ ਮਾਰਨਾ, ਸ਼ਰਾਬ ਪੀਣੀ, ਚੋਰੀ ਕਰਨੀ ਤੇ ਗੁਰੂ ਦੀ ਇਸਤਰੀ ਦਾ ਗਮਨ ਕਰਨਾ।
ਇਹ ਚਾਰ ਬੱਜਰ ਪਾਪ ਵੱਡੇ ਕਿਲਵਿਖ ਛਾਂਦੋਗਿਆ ਉਪਨਿਸ਼ਦ ਮਨੂ ਸਿਮਰਤੀ ਤੇ ਲਿਖਤ ਸਿਮਰਤੀ ਨੇ ਮੰਨੇ ਹਨ। ਲਿਖਤ ਸਿਮਰਤੀ ਵਿੱਚ ਇੱਕ ਪੰਜਵਾਂ ਬੱਜਰ ਪਾਪ ਵੀ ਹੈ ਕਿ ਇਹ ਚਾਰੇ ਕਿਲਵਿਖ ਕਰਨ ਵਾਲਿਆਂ ਦਾ ਸੰਗ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਵੀ ਚਾਰ ਬੱਜਰ ਪਾਪਾਂ ਦਾ ਜ਼ਿਕਰ ਆਇਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ, ਬ੍ਰਾਹਮਣ, ਇੱਥੇ ਬ੍ਰਾਹਮਣ ਕਿਸੇ ਜ਼ਾਤ ਦਾ ਨਾਮ ਨਹੀਂ, ਬ੍ਰਹਮ ਨੂੰ ਜਾਣਨ ਵਾਲਾ, ਧਰਮੀ ਪੁਰਸ਼ ਤੇ ਕਹਿਰ ਢਾਉਣਾ ਮਾਰਨਾ। ਬ੍ਰਾਹਮਣ ਕੈਲੀ ਘਾਤ, ਗਊ, ਕੰਨਿਕਾ ਮਤਲਬ ਲੜਕੀ, ਕੁੜੀ ਮਾਰ ਹੋਣਾ ਵੀ ਬੱਜਰ ਪਾਪ। ਜੋ ਅੱਜ ਭਰੂਣ ਹੱਤਿਆ ਕਰਦੇ ਨੇ ਉਹ ਸਮਝਣ ਦੀ ਜ਼ਰੂਰਤ ਹੈ। ਕੰਨਿਕਾ ਅਣਚਾਰੀ ਕਾ ਧਾਨ, ਤੇ ਦੁਰਾਚਾਰੀ ਬੰਦੇ ਦਾ ਧਾਨ ਖਾਣਾ ਸੁਰਤੀ ਖਰਾਬ ਕਰ ਜਾਂਦਾ ਹੈ। ਇਹ ਚਾਰ ਵੱਡੇ ਪਾਪ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ ਵਿੱਚ ਲਿਖੇ। ਬ੍ਰਾਹਮਣ, ਕੈਲੀ ਘਾਤ, ਕੰਨਿਕਾ, ਅਣਚਾਰੀ ਕਾ ਧਾਨ, ਫਿਟਕ ਫਿਟਕਾਂ ਕੋੜ ਬਦੀਆਂ, ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਹੇ ਵੀਸਰ, ਨਾਨਕਾ ਇੱਕ ਨਾਮ। ਲੱਖ ਕਰੋੜਾਂ ਫਿਟਕਾਂ ਤੇ ਬਦੀਆਂ ਤੇ ਅਭਿਮਾਨ ਦੇ ਸਾਰੇ ਔਗਣ ਹੋਰ ਵੀ ਆ ਜਾਂਦੇ ਨੇ, ਇੱਕ ਨਾਮ ਜੇ ਬੰਦੇ ਨੂੰ ਭੁੱਲ ਜਾਏ। ਖਾਲਸਾ ਪੰਥ ਦੀ ਸਿਰਜਣਾ ਕਰਕੇ ਅੰਮ੍ਰਿਤ ਛਕਾਉਣ ਵੇਲੇ ਜੋ ਚਾਰ ਵੱਡੇ ਬੱਜਰ ਪਾਪ ਦੱਸੇ ਗਏ, ਰੋਮਾਂ ਦੀ ਬੇਅਦਬੀ, ਤੁਰਕਣੀ ਦਾ ਸੰਗ, ਪਰ ਤਨਗਾਮੀ ਹੋਣਾ, ਤੰਬਾਕੂ ਸੇਵਨ ਤੇ ਕੁੱਠਾ ਖਾਣਾ। ਸਤਿਗੁਰੂ ਕਹਿੰਦੇ ਨੇ ਚਾਰੇ ਕਿਲਵਿਖ ਉਨ ਅਗ ਕੀਏ, ਬੇੜਾ ਜਰਜਰਾ ਹੋ ਗਿਆ। ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ। ਕਾਤਲ ਵੀ ਬਣ ਗਿਆ, ਕੋਈ ਗਿਆਨ ਦੀ ਚਰਚਾ ਕਦੀ ਸੁਣੀ ਹੀ ਨਾ, ਕਦੇ ਨਾ ਕਰਨ ਧਰਿਆ, ਉਧਰ ਕੰਨ ਹੀ ਨਾ ਕੀਤਾ। ਚਿੱਤ ਆਵੈ ਉਸ ਪਾਰ, ਬ੍ਰਹਮ ਤਾਂ ਨਿਮਖ ਸਿਮਰਤ ਧਰਿਆ। ਇੰਨੇ ਛੇਕੋ ਛੇਕ ਹੋਏ ਬੇੜੇ ਵਿੱਚੋਂ ਵੀ ਜੇ ਨਾਮ ਦੇ ਬੇੜੇ 'ਚ ਸਵਾਰ ਹੋ ਗਿਆ ਤਾਂ ਪਲ ਵਿੱਚ ਪਾਰ ਉਤਾਰਾ ਹੋ ਗਿਆ। ਕਬੀਰ ਸਾਹਿਬ ਕਹਿੰਦੇ ਨੇ, ਗੁਣ ਕੀ ਲਹਿਰ ਚਬਕ, ਚਬੱਕੇ ਨਾਲ ਗੁਣ, ਪ੍ਰਭੂ ਦੇ ਗੁਣਾਂ ਦੀ ਲਹਿਰ ਦੇ ਧੱਕੇ ਨਾਲ ਮੈਂ ਜਰਜਰੇ ਬੇੜੇ 'ਚੋਂ, ਮੋਹ ਮਾਇਆ ਦੇ ਅਧਿਆਸ 'ਚੋਂ, ਸਰੀਰਕ ਮੋਹ 'ਚੋਂ ਉਤਰਿਆ। ਨਾਮ ਦੇ ਬੇੜੇ ਨੇ ਮੈਨੂੰ ਪਾਰ ਲੰਘਾ ਦਿੱਤਾ, ਤੁਰਤ ਮੈਂ ਬਚ ਗਿਆ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਕਬੀਰ ਜੀ ਕਹਿੰਦੇ ਨੇ ਪਰਮਾਤਮਾ ਦੀ ਸਿਫਤ ਸਲਾਹ ਦੀ ਬੇਸ਼ੱਕ ਇਹ ਬਰਕਤ ਹੈ ਕਿ ਸੰਸਾਰ ਦੇ ਸਮੁੰਦਰੋਂ ਡੁੱਬਣ ਤੋਂ ਬਚਾਅ ਹੋ ਜਾਂਦਾ ਹੈ। ਪਰ ਵਿਕਾਰੀ ਬੰਦੇ ਦੀ ਹਾਲਤ ਮੈਂ ਦੇਖਦਾ ਹਾਂ, ਇਸ ਨੂੰ ਹਰੀ ਦੇ ਗੁਣ ਚੰਗੇ ਹੀ ਨਹੀਂ ਲੱਗਦੇ। ਇਸ ਨੂੰ ਭਗਤੀ, ਬੰਦਗੀ, ਪੂਜਾ, ਸਿਮਰਨ ਭਾਉਂਦਾ ਹੀ ਨਹੀਂ। ਸੁਰਤੀ ਬਿਰਤੀ ਹੀ ਇਸ ਨੇ ਖਰਾਬ ਕਰ ਰੱਖੀ ਹੈ। ਹਜ਼ਰਤ ਸੁਲਤਾਨ ਬਾਹੂ ਨੇ ਵੀ ਆਖਿਆ, ਤਾਕੀਦ ਕੀਤੀ ਉਸਨੇ ਸਧਾਰਨ ਇਨਸਾਨ ਨੂੰ। ਆਖਣ ਲੱਗੇ, ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਦਾਗ ਨਾ ਲਾਈਏ ਹੋ। ਭੈੜੀ ਸੰਗਤ ਵਿੱਚ ਜਦੋਂ ਸ਼ਾਮਲ ਹੋ ਜਾਵਾਂਗੇ ਤਾਂ ਸੁਭਾਵਿਕ ਹੈ ਉਹ ਭੈੜਾ ਰੰਗ ਵੀ ਸਾਨੂੰ ਚੜ੍ਹੇਗਾ। ਉਹ ਔਗਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣੇ ਨੇ। ਇਸ ਲਈ ਕੁਸੰਗਤ ਕਰੀ ਨਾ, ਭੈੜੇ ਬੰਦੇ ਦੇ ਸੰਗ ਤੋਂ ਬਚ ਜਾ। ਨਾਲ ਕੁਸੰਗੀ ਸੰਗ ਨਾ ਕਰੀਏ, ਕੁਲ ਨੂੰ ਦਾਗ ਨਾ ਲਾਈਏ ਹੂ। ਤੁਮੇ ਤਰਬੂਜ ਨਾ ਹੁੰਦੇ, ਤੋੜੇ ਤੋੜ ਮੱਕੇ ਲੈ ਜਾਈਏ ਹੂ। ਔਰ ਖਿਆਲ ਰੱਖੀ ਇਸ ਗੱਲ ਦਾ ਕਿ ਤੁਮਿਆਂ ਨੂੰ ਤਰਬੂਜ ਬਣਾਉਣਾ ਚਾਹੇ ਇਹ ਬਣਨੇ ਨਹੀਂ। ਤੁਮੇ ਦੇ
ਇੱਕ ਇੱਕ ਜ਼ਰਰੇ ਵਿੱਚ ਕੁੜੱਤਣ ਭਰੀ ਪਈ ਹੈ। ਭਾਵੇਂ ਮੱਕੇ ਲੈ ਜਾਈ, ਜੇ ਆਖੇ ਮਿੱਠਾ ਤਰਬੂਜ ਬਣ ਜਾਏਗਾ, ਨਹੀਂ ਬਣੇਗਾ। ਇਹਨੇ ਸੁਭਾਅ ਇੰਨਾ ਪੱਕਾ ਕਰ ਲਿਆ ਹੈ ਕੁੜੱਤਣ ਵਾਲਾ ਕਿ ਮਿਠਾਸ ਗ੍ਰਹਿਣ ਹੀ ਨਹੀਂ ਕਰਦਾ। ਕਬੀਰ ਪਾਪੀ ਭਗਤ ਨਾ ਭਾਵੇ। ਕਬੀਰ ਜੀ ਕਹਿੰਦੇ ਨੇ ਪਾਪੀ ਬੰਦੇ ਨੂੰ ਭਗਤੀ ਚੰਗੀ ਲੱਗਦੀ ਹੀ ਨਹੀਂ। ਸੁਲਤਾਨ ਬਾਹੂ ਕਹਿੰਦੇ ਨੇ ਤੁਮੇ ਤਰਬੂਜ ਨਾ ਹੁੰਦੇ, ਤੋੜੇ ਤੋੜ ਮੱਕੇ ਲੈ ਜਾਈਏ ਹੂ। ਚੋਰ ਤੀਰਥ ਸਥਾਨ ਤੇ ਜਾ ਕੇ ਵੀ ਚੋਰੀਆਂ ਕਰਦਾ ਹੈ। ਬੇਈਮਾਨ ਤੀਰਥ ਸਥਾਨ ਤੇ ਜਾ ਕੇ ਵੀ ਬੇਈਮਾਨੀਆਂ ਕਰਦਾ ਹੈ। ਧਰਮ ਸਥਾਨ ਤੇ ਜਾ ਕੇ ਝੁਕਣਾ ਸੀ, ਹਾਂ ਮਿਟਾਉਣੀ ਸੀ, ਪਰ ਉੱਥੇ ਚੌਧਰ ਭਾਲਦਾ ਹੈ। ਧਰਮ ਸਥਾਨਾਂ ਦੀਆਂ ਚੌਧਰਾਂ ਲਈ ਕਿੰਨੇ ਝਗੜੇ ਹੁੰਦੇ ਨੇ। ਆਦਮੀ ਆਪਣੀ ਬਿਰਤੀ ਇੰਨੀ ਪੱਕੀ ਕਰਕੇ ਬਹਿ ਗਿਆ ਹੈ, ਪੁੱਠੀ ਬਿਰਤੀ, ਕਿ ਤੀਰਥ ਸਥਾਨ ਤੇ ਜਾ ਕੇ ਵੀ ਉਸੇ ਨੂੰ ਅਪਣਾਈ ਬੈਠਾ ਹੈ। ਤੁਮੇ ਤਰਬੂਜ ਨਾ ਹੁੰਦੇ, ਤੋੜੇ ਤੋੜ ਮੱਕੇ ਲੈ ਜਾਈਏ ਹੂ। ਕਾਵਾਂ ਦੇ ਬੱਚੇ ਹੰਸ ਨਾ ਥੀਂਦੇ, ਤੋੜੇ ਮੋਤੀ ਚੋਗ ਚੁਗਾਈਏ ਹੂ। ਤੋੜੇ ਦਾ ਮਤਲਬ ਹੈ ਭਾਵੇਂ। ਸੁਲਤਾਨ ਬਾਹੂ ਲਫ਼ਜ਼ ਵਰਤਦੇ ਨੇ ਤੋੜੇ। ਕਾਵਾਂ ਦੇ ਬੱਚੇ ਹੰਸ ਨਾ ਥੀਂਦੇ, ਤੋੜੇ ਮੋਤੀ ਚੋਗ ਚੁਗਾਈਏ ਹੂ। ਕਾਵਾਂ ਦੇ ਬੱਚਿਆਂ ਅੱਗੇ ਮੋਤੀਆਂ ਦਾ ਚੋਗ ਰੱਖ ਕੇ ਬੈਠ ਜਾਏ ਕਿ ਇਹ ਚੁਗਣ ਤੇ ਹੰਸ ਬਣ ਜਾਣ, ਨਹੀਂ ਚੁਗਦੇ, ਇਹ ਹੰਸ ਨਹੀਂ ਬਣਦੇ। ਕੌੜੇ ਖੂਹ ਨਾ ਹੋਵਨ ਮਿੱਠੇ ਬਾਹੂ, ਤੋੜੇ ਸੈ ਮਣਾ ਖੰਡ ਪਾਈਏ ਹੂ। ਜਿਸ ਦੇ ਸਰੋਤ ਹੀ ਕੌੜੇ ਬਣ ਗਏ ਹੋਣ, ਉਹ ਖਾਰਾ ਖੂਹ, ਉਸ ਦੇ ਪਾਣੀ ਨੂੰ ਮਿੱਠਾ ਕਰਨ ਲਈ ਭਾਵੇਂ 100 ਮਣਾ ਖੰਡ ਵਿੱਚ ਪਾ ਦੇਈ। ਜਿੱਥੋਂ ਹੇਠੋਂ ਪਾਣੀ ਆ ਰਿਹਾ ਹੈ ਉਸ ਦੇ ਅੰਦਰ ਕੁੜੱਤਣ ਹੈ, ਇਹ ਖੰਡ ਵੀ ਉਸ ਨੂੰ ਮਿੱਠਾ ਨਾ ਕਰ ਸਕੇਗੀ। ਕਬੀਰ ਪਾਪੀ ਭਗਤ ਨਾ ਭਾਵਈ। ਹਰ ਪੂਜਾ ਨਾ ਸੁਹਾਏ, ਨਾ ਉਸ ਨੂੰ ਹਰੀ ਦੀ ਪੂਜਾ ਚੰਗੀ ਲੱਗਦੀ ਹੈ। ਭਾਈ ਗੁਰਦਾਸ ਜੀ ਨੇ ਆਖਿਆ, ਦੁੱਧ ਨਾ ਪੀਵੈ ਜੋਕ, ਥਣੇ ਸੰਗ ਢੋਈਐ। ਜੋਕ ਨੂੰ ਮੱਝ ਗਊ ਦੇ ਥਣਾਂ ਦੇ ਕੋਲ ਲਾ ਦਿਓ ਤਾਂ ਵੀ ਉਸਨੇ ਦੁੱਧ ਨਹੀਂ ਪੀਣਾ, ਖੂਨ ਪੀਣਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਲਿਖੇ ਨੇ। ਉਹ ਕਹਿੰਦੇ ਨੇ, ਰਤ ਪੀਏ ਥਣ ਵਸਦਾ ਚਿੱਚੜ। ਥਣ ਦੇ ਕੋਲ ਚਿੱਚੜ ਲੱਗਾ, ਥਣ ਦੇ ਉੱਪਰ ਹੀ, ਦੁੱਧ ਨਹੀਂ ਪੀਂਦਾ, ਖੂਨ ਪੀਂਦਾ ਹੈ। ਰਤ ਪੀਏ ਥਣ ਵਸਦਾ ਚਿੱਚੜ, ਸਾਰ ਨਾ ਦੁੱਧ ਦੀ ਜਾਣੇ। ਸਿੱਕਦਾ ਸਿੱਕਦਾ ਵੱਛਾ ਆਇਆ, ਦੁੱਧ ਅੰਮ੍ਰਿਤ ਰਸ ਮਾਣੇ। ਉਸੇ ਗਊ ਦਾ ਵੱਛਾ ਆਇਆ, ਉਹ ਦੁੱਧ ਦਾ ਗ੍ਰਾਹਕ ਹੈ, ਉਹਨਾਂ ਹੀ ਥਣਾਂ ਤੋਂ ਉਹ ਦੁੱਧ ਪੀ ਰਿਹਾ ਹੈ। ਭਾਈ ਸਾਹਿਬ ਕਹਿੰਦੇ ਨੇ, ਜੇਹੀ ਨੀਤ ਮੁਰਾਦ ਤਿਵੇਂ ਹੀ, ਦੁੱਧ ਰਤ ਇਕੱਠੇ ਵਸਦੇ। ਦੋਨੋਂ ਚੀਜ਼ਾਂ ਇਸ ਸੰਸਾਰ 'ਚ ਹਨ, ਪਰ ਜਿਹੋ ਜਿਹੀ ਨੀਅਤ ਬਣਾ ਲਵੇਂਗਾ, ਬਿਰਤੀ ਸੁਰਤੀ ਬਣਾ ਲਵੇਂਗਾ, ਉਹ ਕੁਝ ਤੂੰ ਪ੍ਰਾਪਤ ਕਰ ਲਵੇਂਗਾ। ਜਿਹੀ ਨੀਤ ਮੁਰਾਦ ਤਿਵੇਂ ਹੀ, ਦੁੱਧ ਰਤ ਇਕੱਠੇ ਵਸਦੇ। ਗੁਣ ਗਾਹਕ ਗੁਣ ਪਿਆ ਵਿਹਾਜੇ, ਮੰਦਾ ਅਵਗੁਣ ਛਾਣੇ। ਗੁਣਾਂ ਦਾ ਗ੍ਰਾਹਕ ਜਿੱਥੇ ਜਾਏਗਾ ਗੁਣ ਗ੍ਰਹਿਣ ਕਰੇਗਾ, ਗੁਣਾਂ ਵੱਲ ਹੀ ਉਸ ਦੀ ਬਿਰਤੀ ਤੇ ਦ੍ਰਿਸ਼ਟੀ ਹੈ। ਤੇ ਅਵਗੁਣਾਂ ਦਾ ਗਾਹਕ ਚੰਗੇ ਬੰਦੇ ਵਿੱਚੋਂ ਵੀ ਔਗੁਣ ਲੱਭਦਾ ਫਿਰੇਗਾ, ਉਹਨੇ ਚੁਣਨੇ ਹੀ ਔਗੁਣ ਨੇ। ਪਾਪੀ ਦਾ ਸੁਭਾਅ ਕੁਝ ਇਸ ਤਰ੍ਹਾਂ ਦਾ ਹੈ, ਉਸ ਨੂੰ ਹਰੀ ਦੀ ਪੂਜਾ ਚੰਗੀ ਨਹੀਂ ਲੱਗਦੀ। ਕੋਇਲ ਤੇ ਕਾਂ ਰੰਗ ਭਾਵੇਂ ਇੱਕੋ ਜਿਹਾ ਹੈ, ਸੁਭਾਅ ਵੱਖਰੇ ਨੇ। ਕੋਇਲ ਕਾਉ ਰਲਾਈਨ ਕਿਉਂ ਹੋਵਨ ਇੱਕੈ, ਤਿਉ ਨਿੰਦਕ ਜਗ ਜਾਣੀਨ ਬੋਲ ਬੋਲਨ ਫਿੱਕੇ।
ਬਗਲੇ ਹੰਸ ਬਰਾਬਰੀ ਕਿਉਂ ਮਿਕਨ ਮਿਕੈ, ਤਿਉਂ ਬੇਮੁਖ ਚੁਣ ਕੱਢੀਨ ਮੋਹ ਕਾਲੇ ਟਿਕੈ। ਕਿਆ ਨਿਸ਼ਾਨੀ ਮੀਣਿਆ ਖੋਟ ਸਾਲੀ ਸਿੱਕੇ, ਸਿਰ ਸਿਰ ਪਾਹਣੀ ਮਾਰੀਨ ਓਏ ਪੀਰ ਫਿਟਕੈ। ਦੇਖਣ ਨੂੰ ਦੋਨੋਂ ਇਨਸਾਨ ਨੇ, ਪਾਪੀ ਵੀ ਭਗਤ ਵੀ, ਲੇਕਿਨ ਸੁਭਾਵਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਲੱਖਾਂ ਕੋਹਾਂ ਦਾ ਫਰਕ ਹੈ ਸੋਚਣ ਦਾ। ਪਾਪੀ ਦੀ ਬਿਰਤੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਕਬੀਰ ਪਾਪੀ ਭਗਤੀ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਹਰੀ ਦੀ ਪੂਜਾ ਚੰਗੀ ਨਹੀਂ ਲੱਗਦੀ, ਉਹ ਸੇਵਾ ਸਿਮਰਨ ਤੋਂ ਦੂਰ ਦੌੜਦਾ ਹੈ। ਮਾਖੀ ਚੰਦਨ ਪਰ ਹਰੈ, ਜਹ ਬੇਗੰਧ ਤਹ ਜਾਏ। ਮੱਖੀ ਨੂੰ ਡਿੱਠਾ ਹੈ, ਗੰਦਗੀ ਦੀ ਮੱਖੀ। ਚੰਦਨ ਪਾਸ ਹੋਵੇ ਖੁਸ਼ਬੂਆਂ ਸਾਰੀ ਦੁਨੀਆ ਮਾਣੇ, ਲੇਕਿਨ ਮੱਖੀ ਚੰਦਨ ਦੇ ਨੇੜਿਓਂ ਦੌੜੇਗੀ ਤੇ ਜਾਏਗੀ ਉੱਥੇ ਜਹ ਬੇਗੰਧ ਤਹ ਜਾਏ, ਜਿੱਥੇ ਬੁਰੀ ਗੰਧ ਹੈ, ਬਦਬੂ ਹੈ। ਗੰਦਗੀ ਤੇ ਜਾ ਬੈਠੇਗੀ, ਚੰਦਨ ਨੂੰ ਤਿਆਗ ਦੇਵੇਗੀ। ਇਉਂ ਹੀ ਪਾਪੀ ਬਿਰਤੀ ਵਾਲਾ ਇਨਸਾਨ, ਉਸ ਨੂੰ ਭਗਤੀ ਚੰਗੀ ਨਹੀਂ ਲੱਗਦੀ। ਉਹ ਬੁਰਾਈਆਂ ਕਰਨ ਵਾਲਿਆਂ ਦੀ ਸੰਗਤ ਵਿੱਚ ਜਾ ਬੈਠਦਾ ਹੈ ਔਰ ਜੀਵਨ ਗੰਦਗੀ ਵਿੱਚ ਹੀ ਬਿਤਾ ਕੇ ਤੁਰ ਜਾਂਦਾ ਹੈ। 69ਵੇਂ ਸ਼ਲੋਕ ਅੰਦਰ ਕਬੀਰ ਜੀ ਕਹਿੰਦੇ ਨੇ, ਕਬੀਰ ਬੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ। ਇੱਕ ਹੈਨ ਅਣਜਾਣ ਬੰਦੇ, ਮੂੜ ਜੀਵਨ ਦੇ ਰਸਤੇ ਦਾ ਉਹਨਾਂ ਨੂੰ ਪਤਾ ਨਹੀਂ, ਵਿਕਾਰਾਂ 'ਚ ਗ੍ਰਸੇ ਹੋਏ ਹਨ, ਰੋਗੀ ਨੇ। ਇੱਕ ਨੇ ਵੈਦ, ਜਿਹੜੇ ਪੰਡਿਤ ਵਿਦਵਾਨ ਦੂਜਿਆਂ ਨੂੰ, ਮੂਰਖਾਂ ਨੂੰ ਉਪਦੇਸ਼ ਵੀ ਦਿੰਦੇ ਹਨ, ਲੇਕਿਨ ਦੌੜ ਉਹਨਾਂ ਦੀ ਵੀ ਉਸੇ ਪਾਸੇ ਵੱਲ ਹੀ ਹੈ। ਇੱਕ ਪਰਦਾ ਬਣਾ ਰੱਖਿਆ ਹੈ, ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ, ਮਾਇਆ ਮੋਹ ਪਿਆਰ। ਉਪਜੀਵਕਾ ਕਮਾਉਣੀ ਬੁਰੀ ਨਹੀਂ, ਪਰ ਲੋਭ ਬਣਾ ਕੇ ਬੈਠ ਜਾਏ ਬੜੀ ਬੁਰੀ ਬਾਤ ਹੋ ਗਈ। ਰੋਗੀ ਤਾਂ ਮਰਿਆ ਹੀ, ਵੈਦ ਵੀ ਮਰਿਆ, ਮੂਆ ਸਭ ਸੰਸਾਰ। ਇਹਨਾਂ ਸਾਰਿਆਂ ਦੀ ਕਿਉਂਕਿ ਦੌੜ ਭੱਜ ਮਾਇਕ ਪਦਾਰਥਾਂ ਵਿੱਚ ਹੀ ਲੱਗੀ ਹੋਈ ਸੀ, ਜ਼ਮੀਰ ਅੰਦਰੋਂ ਮਾਰ ਬੈਠੇ, ਮਰ ਗਏ। ਇਹਨਾਂ ਦਾ ਸਾਰਾ ਸੰਸਾਰ ਇੰਦਰੀਆਂ ਦੀ ਦੌੜ ਭੱਜ ਵਿਸ਼ੇ ਵਿਕਾਰਾਂ ਵੱਲ ਸੀ। ਏਕ ਕਬੀਰਾ ਨਾ ਮੂਆ, ਜਿਹ ਨਾਹੀ ਰੋਵਨ ਹਾਰ। ਕਬੀਰ ਜੀ ਕਹਿੰਦੇ ਨੇ, ਇਹ ਤਾਂ ਭੋਗਾਂ ਨੂੰ ਰੋ ਰਹੇ ਹਨ, ਭਗਤੀ ਤੋਂ ਹੀਣੇ ਹਨ, ਆਤਮਕ ਮੌਤ 'ਤੇ ਮਰੇ ਪਏ ਨੇ। ਪਰ ਇੱਕ ਮਨੁੱਖ ਜਿਸ ਦਾ ਸੰਗ ਸਾਥ ਇਹਨਾਂ ਇੰਦਰੀਆਂ ਦੇ ਚਸਕਿਆਂ ਨਾਲ ਨਹੀਂ, ਉਹ ਮਾਇਕ ਪਦਾਰਥਾਂ ਲਈ ਨਹੀਂ ਰੋਂਦੇ, ਨਹੀਂ ਖਪਦੇ। ਉਹ ਮਨੁੱਖ ਸਿਰਫ ਉਹ ਹੈ ਜਿਸ ਨੇ ਹਰੀ ਦਾ ਦਰ ਮੱਲਿਆ ਹੈ। ਉਸ ਨੂੰ ਕੋਈ ਰੋਵਣ ਵਾਲਾ ਨਹੀਂ, ਮਾਇਕ ਪਦਾਰਥਾਂ ਦੀ ਖਾਤਰ ਉਸ ਦੀ ਬਿਰਤੀ ਰੋਂਦੀ ਨਹੀਂ, ਉਹ ਖਪਦਾ ਨਹੀਂ, ਉਹ ਬਚ ਗਿਆ ਹੈ। 70ਵੇਂ ਸ਼ਲੋਕ ਅੰਦਰ ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ। ਅੰਦਰ ਮੋਟੀ ਖੋੜ ਬਣ ਗਈ, ਜਿਵੇਂ ਕਿਸੇ ਬਿਰਸ਼ ਦੇ ਤਣੇ ਵਿੱਚ ਖੋੜ ਪੈਦਾ ਹੋ ਜਾਏ। ਉਹ ਬਿਰਛ ਸੁੱਕੇਗਾ, ਕਮਜ਼ੋਰ ਪੈ ਜਾਏਗਾ। ਉਸ ਦੇ ਟਹਿਣੇ ਅਗਾਂਹ ਮਜ਼ਬੂਤ ਬਣ ਸਕਣ ਜਾਂ ਟਹਿਣੀਆਂ ਉੱਗਣ ਕਿ ਨਵੇਂ ਫਲ ਲੱਗਣ, ਇਹ ਆਸ ਲਾ ਦੇਣੀ ਚਾਹੀਦੀ ਹੈ। ਤਣੇ ਵਿੱਚ ਖੋੜ ਆ ਗਿਆ ਹੈ, ਖੋਖਲਾਪਣ ਆ ਗਿਆ ਹੈ। ਕਬੀਰ ਸਾਹਿਬ ਕਹਿੰਦੇ ਨੇ, ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਕਬੀਰ ਰਾਮ ਨਾ ਧਿਆਇਓ, ਧਿਆਨ ਮਾਲਕ ਵੱਲੋਂ ਭੁਲਾ ਦਿੱਤਾ, ਵਿਕਾਰ ਉਸ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਨੇ। ਲੱਖ ਬਨਾਵਟ ਬਾਹਰ ਬਣਾਈ ਹੋਈ ਹੋਵੇ, ਐਸਾ ਇਨਸਾਨ ਅੰਦਰੋਂ ਖੋਖਲਾ ਹੀ ਮਿਲੇਗਾ, ਖਾਲੀ।
ਕਬੀਰ ਰਾਮ ਨ ਧਿਆਇਓ, ਮੋਟੀ ਲਾਗੀ ਖੋਰ। ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਇਹ ਕਾਇਆ, ਇਹ ਸਰੀਰ ਇੱਕ ਲੱਕੜ ਦੀ ਹਾਂਡੀ ਹੈ। ਹਾਂਡੀ ਤੌੜੀ, ਮਿੱਟੀ ਦੀ ਤੌੜੀ ਵਿੱਚ ਲੋਕ ਦਾਲ, ਸਬਜ਼ੀ, ਸਾਗ ਆਦਿਕ ਬਣਾਇਆ ਕਰਦੇ ਸਨ। ਪਰ ਉਹ ਪਕਾਈ ਹੋਈ ਘੁਮਿਆਰ ਨੇ ਹਾਂਡੀ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਵਰਤੀ ਜਾਂਦੀ ਸੀ। ਲੇਕਿਨ ਕੋਈ ਲੱਕੜੀ ਦੀ ਹਾਂਡੀ ਬਣਾ ਕੇ ਉਸ ਨੂੰ ਅੱਗ 'ਤੇ ਰੱਖ ਦੇਵੇ, ਚੁੱਲ੍ਹੇ 'ਤੇ ਰੱਖ ਦੇਵੇ, ਦਾਲ ਸਬਜ਼ੀ ਤਾਂ ਕੀ ਬਣਨੀ ਹੈ, ਇਹ ਹਾਂਡੀ ਸੜ ਕੇ ਰਾਖ ਹੋ ਜਾਏਗੀ। ਦੁਬਾਰਾ ਇਸ ਨੂੰ ਕਿਵੇਂ ਚੜਾਉਣਾ ਹੈ? ਲੱਕੜ ਦੀ ਹਾਂਡੀ ਚੁੱਲ੍ਹੇ ਉੱਤੇ ਬਾਰ-ਬਾਰ ਨਹੀਂ ਚੜਾਈ ਜਾ ਸਕਦੀ। ਇਉਂ ਹੀ ਜੋ ਵਿਕਾਰਾਂ ਦੀ ਅੱਗ ਵਿੱਚ ਮਨੁੱਖ ਦਾ ਸਰੀਰ ਸੜ ਗਿਆ, ਇਹ ਦੁਬਾਰਾ ਮਿਲਣ ਵਾਲਾ ਨਹੀਂ। ਇਹ ਕਾਠ ਦੀ ਹਾਂਡੀ ਹੀ ਹੈ। ਇਸ ਲਈ ਇਸ ਸਰੀਰ ਨੂੰ ਬਹੁਤ ਸੋਚ ਕੇ ਇਸਤੇਮਾਲ ਕਰਨਾ ਹੈ। ਇਸ ਦਾ ਲਾਹਾ ਲੈਣ ਦਾ ਉਪਰਾਲਾ ਕਰਨਾ ਹੈ। 4 ਜ਼ਿੰਦਗੀ ਦੇ ਪਹਿਰ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖੇ, ਔਰ 4 ਦਾ ਅੱਡ-ਅੱਡ ਸੁਭਾਅ ਕਰਮ ਵੀ ਲਿਖਿਆ। ਸੰਖੇਪ ਵਿੱਚ ਆਪਾਂ ਨਜ਼ਰ ਮਾਰ ਕੇ ਦੇਖੀਏ, ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਇਹ ਕਾਇਆ ਕਾਠ ਦੀ ਹਾਂਡੀ ਬਾਰੇ 4 ਪਹਿਰਾਂ ਰਾਹੀਂ ਕੁਝ ਸਮਝਾਉਣਾ ਚਾਹੁੰਦੇ ਹਨ। ਉਹ ਪਹਿਰ ਕਿਵੇਂ ਇਸਤੇਮਾਲ ਕਰਨੇ ਨੇ। ਪਹਿਲਾ ਪਹਿਰ ਤਾਂ ਹੈ, ਸਤਿਗੁਰੂ ਕਹਿੰਦੇ ਨੇ, ਪਹਿਲੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਪ੍ਰਭੂ ਦਾ ਹੁਕਮ ਹੋਇਆ, ਮਾਤਾ ਦੇ ਪੇਟ ਵਿੱਚ ਤੇਰੀ ਹੋਂਦ ਬਣ ਗਈ। ਪੁੱਠਾ ਲਟਕਦਾ ਸੀ, ਉਰਦ ਤਪ ਅੰਤਰ ਕਰੇ, ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਪ੍ਰਭੂ ਅੱਗੇ ਜੋਦੜੀ ਸੀ ਕਿ ਇਹ ਪੁੱਠੇ ਲਟਕਣ ਦੇ ਕਸ਼ਟ ਤੋਂ ਕਦੀ ਛੁਟਕਾਰਾ ਮਿਲ ਜਾਏ। ਖਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕਲ ਪੀਤਰ, ਬਹੁੜ ਜਾਸੀ ਨਾਂਗਾ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਹੁਕਮ ਪਿਆ ਗਰਬਾਸ। ਪਹਿਲਾ ਇੱਕ ਹਿੱਸਾ ਇਸ ਦਾ ਮਾਤਾ ਦੇ ਪੇਟ ਵਿੱਚ ਲੰਘ ਗਿਆ। ਉੱਥੇ ਇਸਨੇ ਕੀ ਕਿਰਤ ਕਰਨੀ ਸੀ ਤੇ ਕੀ ਕਰਮ ਕਮਾਉਣੇ ਸਨ। ਖੁਰਾਕ ਵੀ ਮਾਂ ਰਾਹੀਂ ਮਿਲਦੀ ਸੀ। ਫਿਰ ਜਨਮ ਹੋਇਆ। ਦੂਜੇ ਪਹਿਰੇ ਵਿੱਚ ਸਤਿਗੁਰੂ ਕਹਿੰਦੇ ਨੇ, ਵਿਸਰ ਗਿਆ ਧਿਆਨ। ਮਾਲਕ ਦੀ ਯਾਦ ਵਿਸਰੀ, ਮਾਪੇ ਲਾਡ ਲਡਾਉਣ ਲੱਗ ਪਏ, ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ। ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜਿਉਂ ਜਸੋਦਾ ਕਰ ਕਾਨ। ਜਿਵੇਂ ਜਸ਼ੋਦਾ ਦੇ ਘਰ ਕਾਨ ਨੂੰ ਖਿਲਾਇਆ ਗਿਆ। ਮਾਂ ਆਖਦੀ ਹੈ ਮੇਰਾ ਪੁੱਤਰ ਹੈ, ਪਿਤਾ ਆਖਦਾ ਮੇਰਾ ਬੇਟਾ ਹੈ। ਹੌਲੀ ਹੌਲੀ ਇੱਧਰ ਨੂੰ ਧਿਆਨ ਲੱਗ ਗਿਆ, ਮਾਲਕ ਭੁੱਲ ਗਿਆ, ਬਚਪਨ ਵਿੱਚ ਬੀਤ ਗਿਆ। ਪਰ ਇਹ ਖਿਮਾਯੋਗ ਹੈ। ਬਚਪਨ ਜੋ ਹੋਇਆ ਅਜੇ ਤਜਰਬਾ ਨਹੀਂ। ਬਚਪਨ ਵਿੱਚ ਹੀ ਕੋਈ ਪਰਮਾਤਮਾ ਦੇ ਰਾਹ ਚੱਲ ਪਏ ਤਾਂ ਉਸ ਜੈਸਾ ਪ੍ਰਤਿਭਾਸ਼ਾਲੀ ਕਿਹੜਾ ਹੋਵੇਗਾ। ਕੋਈ ਧਰੂ, ਕੋਈ ਪ੍ਰਹਿਲਾਦ। ਇਸੇ ਲਈ ਕਬੀਰ ਜੀ ਨੇ ਆਖਿਆ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕੋਈ ਭਾਈ ਬੂੜਾ, ਬਾਬਾ ਬੁੱਢਾ, ਟਾਵੀਆਂ ਸ਼ਖਸੀਅਤਾਂ। ਪਰ ਜਵਾਨੀ ਆ ਗਈ, ਬਚਪਨ ਬੀਤ ਗਿਆ, ਮੰਨਿਆ ਅਗਿਆਨਤਾ ਸੀ। ਕੀਮਤੀ ਪਹਿਰ ਹੈ ਜ਼ਿੰਦਗੀ ਦਾ, ਜਵਾਨੀ ਦਾ। ਇਸ ਨੂੰ ਵਿਕਾਰਾਂ ਵਿੱਚ ਲਾ ਕੇ ਗਵਾ ਲਿਆ। ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਨ ਸਿਉ ਚਿੱਤ। ਹਰ ਕਾ ਨਾਮ ਨਾ ਚਿੱਤ ਹੀ ਵਣਜਾਰਿਆ ਮਿੱਤਰਾ, ਬੱਧਾ ਛੁੱਟੈਂ ਜਿੱਤ। ਖਿਆਲ ਹੀ ਨਾ ਕੀਤਾ। ਚੌਥੇ ਪਹਿਰੇ ਫਿਰ ਲਾਵੀ ਆਇਆ, ਖੇਤ ਦੀ ਅਵਸਥਾ ਬਣ ਗਈ। ਔਰ ਮਨੁੱਖ ਨੇ ਇਹ ਕਾਇਆ ਜਿਹੜੀ ਕਾਠ ਦੀ ਹਾਂਡੀ ਸੀ, ਅੱਗ 'ਤੇ ਹੀ ਸਾੜ ਲਈ।
ਜਵਾਨੀ ਦੇ ਪਹਿਰ ਵਿੱਚ ਹੋ ਤਾਂ ਸਮਝੋ ਇਹ ਕਾਇਆ ਦੀ ਹਾਂਡੀ ਸਾੜ ਦੇਣ ਵਾਸਤੇ ਨਹੀਂ, ਆਪਾ ਸਵਾਰਨ ਵਾਸਤੇ ਹੈ। ਕਬੀਰ ਜੀ ਤਾਕੀਦਾਂ ਕਰ ਕਰਕੇ ਸਾਨੂੰ ਸਮਝਾਉਂਦੇ ਹਨ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ। ਬੜਾ ਖੋਖਲਾਪਣ, ਜਿਵੇਂ ਕਿਸੇ ਦਰਖਤ ਦੇ ਅੰਦਰ ਖੋੜ ਪੈ ਜਾਏ, ਲੱਕੜੀ ਨਸ਼ਟ ਹੋ ਜਾਏ। ਪ੍ਰਫੁੱਲਤ ਤਾਂ ਉਸ ਬਿਰਛ ਨੇ ਕੀ ਹੋਣਾ ਹੈ। ਜੋ ਮਨੁੱਖ ਜ਼ਿੰਦਗੀ ਨੂੰ ਅੰਦਰੋਂ ਖੋਖਲਾ ਕਰ ਲਿਆ, ਉਹਦਾ ਜੀਵਨ ਸਫਲ ਕਿਵੇਂ ਹੋ ਸਕਦਾ ਹੈ। ਮੋਟੀ ਲਾਗੀ ਖੋਰ, ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਵਿਕਾਰਾਂ ਦੀ ਅੱਗ ਵਿੱਚ ਅਗਰ ਸਾੜ ਲਈ ਤਾਂ ਇਹ ਮਨੁੱਖਾ ਸਰੀਰ ਦੂਜੀ ਵਾਰੀ ਮਿਲਣਾ ਕੋਈ ਨਹੀਂ। ਅਨੰਤ ਟੇਢੀਆਂ ਜੂਨੀਆਂ ਵਿੱਚ ਭਟਕਦਾ ਫਿਰੇਗਾ ਮਿੱਤਰਾ। ਇਹ ਜੀਵਨ ਨੂੰ ਸਵਾਰਨ ਦੀ ਜਾਚ ਸਿੱਖ। ਤੇ ਜਿੱਥੋਂ ਅੱਜ ਦੀ ਵਿਚਾਰ ਸ਼ੁਰੂ ਹੋਈ ਸੀ, ਕਬੀਰ ਜਿਹ ਦਰ ਆਵਤ ਜਾਤੇ ਉਹ ਹਟ ਕੇ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਉਹ ਦਰ ਮੱਲ ਲੈ ਤਾਂ ਪਾਰ ਉਤਾਰਾ ਹੈ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।